ਗੁਰਮਤਪਾਲ तेरा ना ਆਪਾਂ ਹੋਰ ਕਰਦੇ ਆ, ਤੇਰਾ ਨਾ ਆਪਾਂ ਨਾ ਅੰਮ੍ਰਿਤਪਾਲ ਰਿਕਾਰਡਿੰਗ ਵਾਲਾ ਰੱਖ ਦਿੰਦੇ ਆ, ਹਨਾ। ਤੂੰ ਯਾਦ ਕਰਾਉਣਾ ਨਾ ਰਿਕਾਰਡਿੰਗ ਵਧੀਆ ਗੱਲ ਹੈ ਵੈਸੇ, ਹੈਬਿਟ ਤੇਰੀ ਵਧੀਆ ਗਈ। ਓਕੇ ਚਲੋ ਮੈਂ ਹੁਣ ਸਟਾਰਟ ਕਰਦਾ ਲੈਕਚਰ, ਠੀਕ ਹੈ। ਰੈਜ਼ਿਸਟੈਂਸ ਦਾ ਟੌਪਿਕ ਅਸੀਂ ਕੀਤਾ ਸੀ ਤੇ ਮੈਂ ਹੁਣ ਉਹਦੇ ਨਾਲ ਜਿਹੜੀ ਰੈਜ਼ਿਸਟੈਂਸ ਕੱਲ ਆਪਾਂ ਕੀਤੀ ਸੀਗੀ, ਜੇ ਤੁਹਾਡੇ ਯਾਦ ਹੋਵੇ, ਇਹ ਰੈਜ਼ਿਸਟੈਂਸ ਦੀ ਵੈਲਿਊ ਆਪਾਂ ਆਹ ਫਾਰਮੂਲੇ ਤੋਂ ਕੈਲਕੂਲੇਟ ਕੀਤੀ ਸੀ। I = ANE² E τ/m, ਠੀਕ ਹੈ ਨਾ। ਇੱਥੋਂ E ਦੀ ਵੈਲਿਊ ਆਪਾਂ V/L ਪੁੱਟ ਕਰ ਲਈ ਸੀ ਤੇ ANE² V τ/ml, ਤਾਂ ਇਹ I ਆ ਗਿਆ ਸੀਗਾ। ਇੱਥੋਂ V/I ਦੀ ਵੈਲਿਊ R ਬਣੀ ਸੀ, ਤਾਂ ਜੇ ਆਪਾਂ V/I ਇੱਥੋਂ ਲਿਖਣਾ ਹੋਵੇ ਤਾਂ ਕਿੰਨਾ ਆ ਜਾਣਾ, ml/ANE² τ। ਹੁਣ ਇਹਨੂੰ ਜਿਹੜੀ ਇਹ ਰੈਜ਼ਿਸਟੈਂਸ ਆ ਨਾ, ਮੈਂ ਇਹਨੂੰ ਰਿਲੇਟ ਕਰ ਦਾਂਗਾ ਜਿਹੜੀ ਤੁਸੀਂ 10th ਦੇ ਵਿੱਚ ਰੈਜ਼ਿਸਟੈਂਸ ਕੀਤੀ ਸੀ। ਤੁਹਾਡੇ ਯਾਦ ਹੋਵੇ, ਤੁਸੀਂ ਉੱਥੇ ਪੜ੍ਹਿਆ ਸੀ ਵੀ R ਜਿਹੜੀ ਹੁੰਦੀ ਆ ਉਹ ਇਕੁਅਲ ਹੁੰਦੀ ਆ ρL/A ਦੇ, ਜਾਨੀ ਕਿ ਇਹ ਤਿੰਨ ਫੈਕਟਰਸ ਨੇ ਜਿਨ੍ਹਾਂ ਦੇ ਉੱਪਰ ਰੈਜ਼ਿਸਟੈਂਸ ਡਿਪੈਂਡ ਕਰਦੀ ਆ। ρ ਰੈਜ਼ਿਸਟਿਵਿਟੀ ਆ, ਠੀਕ ਹੈ, L ਲੈਂਥ ਤੇ A ਏਰੀਆ ਆਫ ਕ੍ਰਾਸ ਸੈਕਸ਼ਨ। ਹੁਣ ਇਹ ਦੇਖੋ ਵੀ ਜੇ ਆਪਾਂ ਇਹਨੂੰ ਕੰਪੇਅਰ ਕਰੀਏ L/A ਨੂੰ ਛੱਡ ਕੇ, ਤਾਂ ਜਿਹੜੀ ρ ਦੀ ਵੈਲਿਊ ਬਣਦੀ ਆ ਉਹ ਬਣਦੀ ਆ m/NE² τ, ਰਾਈਟ। ਤਾਂ ਰੈਜ਼ਿਸਟਿਵਿਟੀ ਜਿਹੜੀ ਆ ਉਹ ਆ ਫੈਕਟਰਸ ਦੇ ਉੱਪਰ ਡਿਪੈਂਡ ਕਰਦੀ ਆ ਸਿਰਫ। ਰੈਜ਼ਿਸਟਿਵਿਟੀ ਇੰਡੀਪੈਂਡੈਂਟ ਹੁੰਦੀ ਆ ਫਰੋਮ ਲੈਂਥ ਐਂਡ ਏਰੀਆ। ਇਹ ਗੱਲ ਕਦੇ ਨਾ ਯਾਦ ਭੁੱਲਿਓ ਤੁਸੀਂ, ਹਮੇਸ਼ਾ ਇਹ ਗੱਲ ਯਾਦ ਰੱਖਣੀ ਆ ਵੀ ਰੈਜ਼ਿਸਟਿਵਿਟੀ ਫਿਜ਼ੀਕਲ ਕੁਆਂਟੀਟੀ ਦੇ ਉੱਪਰ ਡਿਪੈਂਡ ਨਹੀਂ ਕਰਦੀ। ਫਿਜ਼ੀਕਲ ਕੁਆਂਟੀਟੀ ਕੌਣ ਆ? ਜਿਹੜੀ ਚੀਜ਼ ਆਪਾਂ ਦੇਖ ਸਕਦੇ ਆ, ਠੀਕ ਹੈ ਨਾ। ਤਾਂ ਫਿਜ਼ੀਕਲੀ ਜੋ ਵੀ ਕੁਝ ਦਿਖਦਾਗਾ ਉਹਦੇ ਉੱਪਰ ਰੈਜ਼ਿਸਟਿਵਿਟੀ ਡਿਪੈਂਡ ਨਹੀਂ ਕਰਦੀ। ਰੈਜ਼ਿਸਟਿਵਿਟੀ ਮਾਸ ਤੇ E, ਹੁਣ ਤੁਸੀਂ ਇਹਨੂੰ ਧਿਆਨ ਨਾਲ ਦੇਖੋ, M ਤੇ E ਜਿਹੜੇ ਨੇ ਇਹ ਵੀ ਕਾਂਸਟੈਂਟ ਟਰਮਸ ਨੇ। ਤਾਂ ਰੈਜ਼ਿਸਟਿਵਿਟੀ ਬੇਸਿਕਲੀ ਦੋ ਫੈਕਟਰਸ ਦੇ ਉੱਪਰ ਡਿਪੈਂਡ ਕਰਦੀ ਆ, ਠੀਕ ਹੈ। ਉਹ ਕਿਹੜੇ ਕਿਹੜੇ ਨੇ? ਇੱਕ ਤਾਂ ਇਨਵਰਸਲੀ ਪ੍ਰੋਪੋਰਸ਼ਨਲ ਟੂ ਨੰਬਰ ਡੈਂਸਿਟੀ, ਦੂਸਰਾ ਇਨਵਰਸਲੀ ਪ੍ਰੋਪੋਰਸ਼ਨਲ ਟੂ ਰਿਲੈਕਸੇਸ਼ਨ ਟਾਈਮ। ਤਾਂ ਰੈਜ਼ਿਸਟਿਵਿਟੀ ਰਿਲੈਕਸੇਸ਼ਨ ਟਾਈਮ ਦੇ ਬਾਰੇ ਤੁਹਾਨੂੰ ਜ਼ਿਆਦਾ ਕੁਐਸਚਨ ਆਉਂਦਾ ਹੁੰਦਾ ਇਹਦੇ ਵਿੱਚੋਂ, ਵੀ ਉਹੀ ਸੇਮ ਸਟੋਰੀ, ਵੀ ਜੇ ਟੈਂਪਰੇਚਰ ਵੱਧ ਗਿਆ ਤਾਂ ਰੈਜ਼ਿਸਟਿਵਿਟੀ ਤੇ ਕੀ ਫਰਕ ਪਊਗਾ। ਹੁਣ ਦੇਖੋ, ਟੈਂਪਰੇਚਰ ਜਦੋਂ ਇਨਕਰੀਜ਼ ਹੁੰਦਾਗਾ, ਵੀ ਨੋ ਕਿ ਰਿਲੈਕਸੇਸ਼ਨ ਟਾਈਮ ਡਿਕਰੀਜ਼ ਹੋ ਜਾਂਦਾ, ਕਿਉਂਕਿ ਟੈਂਪਰੇਚਰ ਦੇ ਵਧਣ ਨਾਲ ਇਲੈਕਟ੍ਰੋਨ ਤੇਜ਼ ਚੱਲਦੇ ਨੇ। ਜਦੋਂ ਇਲੈਕਟ੍ਰੋਨ ਤੇਜ਼ ਚੱਲਣਗੇ ਤਾਂ ਜਲਦੀ ਕੋਲਾਈਡ ਕਰਨਗੇ ਤਾਂ ਰਿਲੈਕਸੇਸ਼ਨ ਟਾਈਮ ਘਟੂਗਾ, ਤਾਂ ਰੈਜ਼ਿਸਟਿਵਿਟੀ ਉਸ ਟਾਈਮ ਵੱਧ ਜਾਂਦੀ ਆ। ਹੁਣ ਨਾ ਇੱਕ ਇਹਨਾਂ ਨੂੰ ਸਾਰਿਆਂ ਨੂੰ ਰਿਲੇਟ ਕਰਨ ਲਈ, ਟੈਂਪਰੇਚਰ ਦੇ ਨਾਲ ਰਿਲੇਟ ਕਰਨ ਲਈ ਇੱਕ ਹੋਰ ਸਾਡੇ ਕੋਲ ਫੈਕਟਰ ਹੈਗਾ। ਉਹ ਫੈਕਟਰ ਹੈਗਾ ਜਿਹਨੂੰ ਅਸੀਂ ਅਲਫਾ ਨਾਲ ਡਿਨੋਟ ਕਰਦੇ ਹਾਂ, ਠੀਕ ਹੈ। ਇਹਨੂੰ ਅਸੀਂ ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟੈਂਸ ਔਰ ਰੈਜ਼ਿਸਟਿਵਿਟੀ ਬੋਲਦੇ ਆ। ਤਾਂ ਮੈਂ ਲਿਖ ਦਿੰਦਾ ਇੱਥੇ ਵੀ ਟੈਂਪਰੇਚਰ ਕੋਐਫੀਸ਼ੀਐਂਟ ਆਫ ਰੈਜ਼ਿਸਟੈਂਸ ਔਰ ਰੈਜ਼ਿਸਟਿਵਿਟੀ, ਠੀਕ ਹੈ। ਜਿਹੜਾ ਟੈਂਪਰੇਚਰ ਕੋਐਫੀਸ਼ੀਐਂਟ ਆ, ਇਹ ਦੱਸਦਾਗਾ ਸਾਨੂੰ ਵੀ ਕਿਹੜੇ ਮਟੀਰੀਅਲ ਦੀ ਰੈਜ਼ਿਸਟਿਵਿਟੀ ਵੱਧਦੀ ਆ ਟੈਂਪਰੇਚਰ ਦੇ ਨਾਲ ਤੇ ਕਿਹਦੀ ਰੈਜ਼ਿਸਟਿਵਿਟੀ ਕਿੰਨੀ ਘਟਦੀ ਆ ਟੈਂਪਰੇਚਰ ਦੇ ਨਾਲ, ਤੇ ਸੇਮ ਰੈਜ਼ਿਸਟੈਂਸ ਦਾ, ਠੀਕ ਹੈ। ਇਹਦਾ ਫਾਰਮੂਲਾ ਕੀ ਹੈਗਾ ਉਹ ਕੈਲਕੂਲੇਟ ਕਰਨ ਦੀ ਸਾਨੂੰ ਕੋਈ ਲੋੜ ਨਹੀਂ, ਨਾ ਹੀ ਉਹਦੇ ਬੇਸ ਤੇ ਕੋਈ ਨੂਮੈਰੀਕਲ ਆਉਣਾਗਾ। ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਪੁੱਛੀ ਜਾਂਦੀ ਹੁੰਦੀ ਆ, ਆਪਾਂ ਉਹ ਡਿਸਕਸ ਕਰਨੀ ਆ। ਆਪਾਂ ਹੁਣੀ ਗੱਲ ਕਰਕੇ ਹਟੇ ਆ ਵੀ ਰੈਜ਼ਿਸਟਿਵਿਟੀ ਟੈਂਪਰੇਚਰ ਦੇ ਇਨਕਰੀਜ਼ ਹੋਣ ਦੇ ਨਾਲ ਵੱਧ ਜਾਂਦੀ ਆ, ਪਰ ਕਿਹੜੇ ਮਟੀਰੀਅਲ ਦੀ ਵੱਧਦੀ ਆ, ਬਸ ਇਹ ਗੱਲ ਸੋਚਣ ਵਾਲੀ ਆ। ਤਾਂ ਜਿਹੜੀ ਅਲਫਾ ਗਾ, ਠੀਕ ਹੈ, ਇਹ ਡਿਸਾਈਡ ਕਰਦਾਗਾ ਵੀ ਜੇ ਟੈਂਪਰੇਚਰ ਇਨਕਰੀਜ਼ ਹੁੰਦਾ ਤਾਂ ਰੈਜ਼ਿਸਟਿਵਿਟੀ ਵਧੂਗੀ ਜਾਂ ਘਟੂਗੀ। ਤਾਂ ਅਲਫਾ ਦੀ ਜਿਹੜੀ ਵੈਲਿਊ ਆ ਉਹ ਪੋਜ਼ਿਟਿਵ ਹੁੰਦੀ ਆ ਫॉर ਮੈਟਲਸ, ਠੀਕ ਹੈ। ਮੈਟਲਸ ਲਈ ਯਾਦ ਰੱਖਣਾਗਾ, ਅਲਫਾ ਦੀ ਵੈਲਿਊ ਮੈਟਲਸ ਦੇ ਲਈ ਪੋਜ਼ਿਟਿਵ ਹੁੰਦੀ ਆ। ਫਿਰ ਅਲਫਾ ਦੀ ਵੈਲਿਊ ਨੈਗੇਟਿਵ ਹੁੰਦੀ ਆ ਫॉर ਸੈਮੀਕੰਡਕਟਰਸ। ਜਿਹੜੇ ਸੈਮੀਕੰਡਕਟਰਸ ਨੇ, ਜੇ ਤੁਹਾਨੂੰ ਪਤਾ ਹੋਵੇ
ਤੁਸੀਂ ਥੋੜਾ ਬਹੁਤਾ ਪੜ੍ਹੇ ਹੋਵੋਗੇ ਕੈਮਿਸਟਰੀ ਦੇ ਵਿੱਚ, ਜਰਮੇਨੀਅਮ, ਸਿਲੀਕਨ, ਠੀਕ ਹੈ, ਇਹ ਸਾਰੇ ਜਿਹੜੇ ਨੇ ਬੇਸਿਕ ਇਹੀ ਦੋ ਆਪਾਂ ਮੰਨ ਕੇ ਚੱਲਾਂਗੇ, ਹੈ ਤਾਂ ਬਹੁਤ ਨੇ, ਗੈਲੀਅਮ ਆਰਸੇਨਾਈਡ ਹੋ ਗਿਆ, ਠੀਕ ਹੈ, ਤਾਂ ਉਹ ਸਾਰੇ ਸੈਮੀਕੰਡਕਟਰ ਨੇ। ਤਾਂ ਅਲਫਾ ਦੀ ਵੈਲਿਊ ਉਹਨਾਂ ਦੇ ਲਈ ਨੈਗੇਟਿਵ ਹੁੰਦੀ ਆ। ਹੁਣ ਅਲਫਾ ਦੀ ਵੈਲਿਊ ਪੋਜ਼ਿਟਿਵ ਹੋਣ ਦਾ ਮਤਲਬ ਕੀ ਆ? ਜੇ ਅਲਫਾ ਦੀ ਵੈਲਿਊ ਪੋਜ਼ਿਟਿਵ ਆ, ਇਹਦਾ ਮਤਲਬ ਕਨਫਰਮ ਆ ਕਿ ਟੈਂਪਰੇਚਰ ਜਦੋਂ ਵਧੂਗਾ ਤਾਂ ਰੈਜ਼ਿਸਟੈਂਸ ਐਂਡ ਰੈਜ਼ਿਸਟਿਵਿਟੀ ਦੋਨੋਂ ਵਧਣਗੇ। ਅਲਫਾ ਦੀ ਵੈਲਿਊ ਨੈਗੇਟਿਵ ਦਾ ਮਤਲਬ ਕੀ ਆ? ਜੇ ਟੈਂਪਰੇਚਰ ਵਧਦਾਗਾ ਤਾਂ ਰੈਜ਼ਿਸਟੈਂਸ ਐਂਡ ਰੈਜ਼ਿਸਟਿਵਿਟੀ ਘਟੂਗਾ, ਠੀਕ ਹੈ। ਤਾਂ ਅਲਫਾ ਦੀ ਵੈਲਿਊ ਦੇ ਸਾਈਨ ਦੇ ਨਾਲ ਆਪੋਜ਼ਿਟ ਸੋਚਣਾ। ਜੇ ਅਲਫਾ ਦੀ ਵੈਲਿਊ ਪੋਜ਼ਿਟਿਵ ਆ ਤਾਂ ਰੈਜ਼ਿਸਟਿਵਿਟੀ ਘਟੂਗੀ, ਰੈਜ਼ਿਸਟੈਂਸ ਘਟੂਗੀ। ਅਲਫਾ ਦੀ ਵੈਲਿਊ ਨੈਗੇਟਿਵ ਆ, ਰੈਜ਼ਿਸਟਿਵਿਟੀ ਵਧੂਗੀ, ਠੀਕ ਹੈ ਨਾ, ਸਮਝ ਗਏ ਗੱਲ। ਤਾਂ ਆ ਜਿਹੜੀ ਸਟੋਰੀ ਆ ਇਹਦੇ ਬੇਸ ਤੇ ਇੱਕ ਕੰਡਕਟਿਵਿਟੀ ਨੂੰ ਵੀ ਆਪਾਂ ਰਿਲੇਟ ਕਰਦੇ ਆ। ਹੁਣ ਕੰਡਕਟਿਵਿਟੀ ਜਿਹੜੀ ਆ ਵੀ ਨੋ ਕੰਡਕਟਿਵਿਟੀ ਨੂੰ ਸਿਗਮਾ ਨਾਲ ਡਿਨੋਟ ਕਰਦੇ ਆ। ਇਹ ਕਿਹਦੇ ਕੋਲ ਹੁੰਦਾਗਾ? ਰੈਸੀਪ੍ਰੋਕਲ ਆਫ ਰੈਜ਼ਿਸਟਿਵਿਟੀ, ਠੀਕ ਹੈ ਨਾ। ਤਾਂ ਜਿਹੜੀ ਰੈਜ਼ਿਸਟਿਵਿਟੀ ਦੀ ਵੇਰੀਏਸ਼ਨ ਆ ਤੁਸੀਂ ਇੱਕ ਜਾਂ ਰੱਖ ਲੈਣੀ ਆ, ਦੂਜੀ ਉਹ ਤੋਂ ਆਪੋਜ਼ਿਟ ਹੋਊਗੀ। ਜਿਵੇਂ ਮੈਂ ਤੁਹਾਨੂੰ ਪੁੱਛਾਂ ਵੀ ਟੈਂਪਰੇਚਰ ਦੇ ਵਧਣ ਨਾਲ ਕੰਡਕਟਿਵਿਟੀ ਆਫ ਦਾ ਮੈਟਲਸ ਤੇ ਕੀ ਫਰਕ ਪਿਆ? ਰਿਪੀਟ ਕਰਦਾ ਮੈਂ, ਟੈਂਪਰੇਚਰ ਦੇ ਇਨਕਰੀਜ਼ ਹੋਣ ਦੇ ਨਾਲ ਕੰਡਕਟਿਵਿਟੀ ਆਫ ਦਾ ਮੈਟਲਸ ਦੇ ਉੱਪਰ ਕੀ ਫਰਕ ਪਿਆ? ਤਾਂ ਤੁਸੀਂ ਦੇਖੋ, ਤੁਹਾਨੂੰ ਕੰਡਕਟਿਵਿਟੀ ਬਾਰੇ ਫਾਰਮੂਲਾ ਸੋਚਣ ਦੀ ਲੋੜ ਨਹੀਂ, ਸਿਰਫ ਇੰਨਾ ਪਤਾ ਹੋਣਾ ਚਾਹੀਦਾ ਵੀ ਕੰਡਕਟਿਵਿਟੀ ਜਿਹੜੀ ਆ ਉਹ ਰੈਜ਼ਿਸਟਿਵਿਟੀ ਤੋਂ ਆਪੋਜ਼ਿਟ ਆ। ਤਾਂ ਜੇ ਤੁਹਾਡਾ ਮਾਈਂਡ ਪਹਿਲਾਂ ਰੈਜ਼ਿਸਟਿਵਿਟੀ ਨੂੰ ਲਰਨ ਕੀਤਾ ਹੋਊਗਾ ਤਾਂ ਇਹਦੇ ਲਈ ਆਨਸਰ ਦੇਣਾ ਸੌਖਾ ਹੋ ਜਾਊਗਾ, ਕਿਉਂਕਿ ਜੋ ਰੈਜ਼ਿਸਟਿਵਿਟੀ ਦਾ ਨਾਲ ਹੋ ਰਿਹਾਗਾ ਉਹ ਤੋਂ ਆਪੋਜ਼ਿਟ ਹੋਊਗਾ ਕੰਡਕਟਿਵਿਟੀ ਦੇ ਨਾਲ, ਰਾਈਟ। ਤਾਂ ਇਹਦਾ ਮਤਲਬ ਜੇ ਰੈਜ਼ਿਸਟਿਵਿਟੀ ਟੈਂਪਰੇਚਰ ਦੇ ਵਧਣ ਨਾਲ ਵੱਧਦੀ ਆ ਮੈਟਲ ਦੇ ਕੇਸ 'ਚ ਤਾਂ ਕੰਡਕਟਿਵਿਟੀ ਘਟੂਗੀ, ਤਾਂ ਕੰਡਕਟਿਵਿਟੀ ਰਿਡਿਊਸ ਹੋ ਜਾਂਦੀ ਆ। ਇਸੇ ਕਰਕੇ ਜੇ ਆਪਾਂ ਦੇਖਦੇ ਆ ਮੌਸਮ ਜਿਹੜਾ ਆਪਣਾ ਇੰਡੀਆ ਦੇ ਵਿੱਚ ਜਦੋਂ ਗਰਮੀ ਹੁੰਦੀ ਆ ਤਾਂ ਗਰਮੀ ਦੇ ਵਿੱਚ ਜ਼ਿਆਦਾ ਫਾਲਟ ਪੈਂਦੇ ਨੇ, ਠੀਕ ਹੈ ਨਾ। ਆਪਾਂ ਦੇਖਦੇ ਆ ਵੀ ਸਡਨਲੀ ਟਰਾਂਸਫਾਰਮਰ ਜਿਹੜਾ ਗਾ ਉਹ 'ਚੋਂ ਅੱਗ ਜੀ ਨਿਕਲ ਗਈ ਜਾਂ ਤਾਰਾਂ ਜੁੜ ਗਈਆਂ, ਠੀਕ ਹੈ। ਕੁਝ ਇਸ ਤਰ੍ਹਾਂ ਦੀ ਜਿਹੜੀ ਹੈਪਨਿੰਗ ਆ ਉਹ ਗਰਮੀਆਂ 'ਚ ਜ਼ਿਆਦਾ ਹੁੰਦੀ ਹੈ ਇੰਸਟੈਡ ਆਫ ਸਰਦੀਆਂ। ਕਿਉਂ? ਕਿਉਂਕਿ ਟੈਂਪਰੇਚਰ ਦੇ ਵਧਣ ਨਾਲ ਕੰਡਕਟਿਵਿਟੀ ਘਟ ਜਾਂਦੀ ਆ, ਰੈਜ਼ਿਸਟੈਂਸ ਵੱਧ ਜਾਂਦੀ ਆ, ਰੈਜ਼ਿਸਟੈਂਸ ਦੇ ਵਧਣ ਨਾਲ ਆਪੋਜੀਸ਼ਨ ਵੱਧਦੀ ਆ। ਤਾਂ ਹੁਣ ਇਹ ਸੋਚੋ ਵੀ ਇੱਕ ਬਹੁਤ ਵੱਡਾ ਰੋਡ ਆ, ਉਹਦੇ ਉੱਪਰ ਟ੍ਰੈਫਿਕ ਜਾਮ ਹੋ ਗਿਆ। ਟ੍ਰੈਫਿਕ ਜਾਮ ਹੋਣ ਤੋਂ ਬਾਅਦ ਕੀ ਹੋਊਗਾ? ਲੋਕ ਜਿਹੜੇ ਪਿੱਛੇ ਤੋਂ ਇਕੱਠੇ ਹੋਈ ਜਾਂਦੇ ਨੇ ਉਹ ਡਿਸਟਰਬ ਹੋਣਗੇ, ਤਾਂ ਟ੍ਰੈਫਿਕ ਓਵਰਫਲੋ ਹੋਣ ਦੀ ਕੋਸ਼ਿਸ਼ ਕਰਦਾ। ਕੋਈ ਕਹਿੰਦਾ ਵੀ ਮੈਂ ਪਿੱਛੇ ਕਰੀ ਮਾੜਾ ਜਿਹਾ, ਮੈਂ ਪਿੱਛੇ ਲੈ ਜਾ ਗੱਡੀ ਨੂੰ, ਠੀਕ ਹੈ। ਕੋਈ ਕਹਿੰਦਾ ਵਹੀਕਲ ਨੂੰ ਮੈਂ ਇੱਧਰ ਲੈ ਜਾ, ਕੋਈ ਇੱਧਰ ਲੈ ਜਾ। ਤਾਂ ਸਾਰੇ ਜਿੰਨੀ ਵੀ ਪਿੱਛੇ ਬੈਕਅਪ ਹੁੰਦੀ ਆ ਉਹ ਸਾਰੀ ਦੀ ਸਾਰੀ ਡਿਸਟਰਬ ਹੋ ਜਾਂਦੀ ਆ। ਉਸੇ ਤਰ੍ਹਾਂ ਜਦੋਂ ਟੈਂਪਰੇਚਰ ਵੱਧਦਾਗਾ ਤਾਂ ਜਿਹੜੀ ਰੈਜ਼ਿਸਟੈਂਸ ਆ ਉਹ ਇਨਕਰੀਜ਼ ਹੋ ਜਾਂਦੀ ਆ ਮੈਟਲਸ ਦੇ ਕੇਸ 'ਚ, ਠੀਕ ਹੈ। ਤਾਂ ਆਪਾਂ ਨੇ ਹੁਣ ਇਸ ਨੂੰ ਜਿਹੜਾ ਕੰਸੈਪਟ ਦੇ ਨਾਲ ਇੱਕ ਹੋਰ ਰਿਲੇਟ ਕਰਨਾ। ਤਾਂ ਜੇ ਪ੍ਰੋਬਲਮ ਹੈਗੀ ਆ ਮੰਨ ਲਓ, ਤਾਂ ਇਹਨੂੰ ਹੱਲ ਕੀ ਕੀਤਾ ਜਾਵੇ? ਤਾਂ ਆਪਾਂ ਇਹ ਵੀ ਸੋਚਣਾ, ਕਿਉਂਕਿ ਇਹ ਤਾਂ ਹੈ ਨਹੀਂ ਵੀ ਜਿਹੜੀ ਚੀਜ਼ ਹੈਗੀ ਆ ਜੇ ਹਿਊਮਨ ਨੇ ਉਹਨੂੰ ਆਈ ਰੱਖ ਲਿਆ ਹੁੰਦਾ ਫਿਰ ਤਾਂ ਇੰਨੀ ਜਿਹੜੀ ਆਪਾਂ ਹੁਣ ਤੱਕ ਜੋ ਚੇਂਜਸ ਕੀਤੀਆਂ ਨੇ ਹੋਣੀਆਂ ਹੀ ਨਹੀਂ ਸੀਗੀਆਂ। ਤਾਂ ਉਹਦੇ ਲਈ ਮੈਂ ਡਿਸਕਸ ਕਰੂੰਗਾ, ਪਰ ਤੁਸੀਂ ਇਹਨੂੰ ਇੱਕ ਵਾਰੀ ਕਲਿੱਕ ਕਰ ਲਓ ਪਹਿਲਾਂ, ਠੀਕ ਹੈ। ਓਕੇ, ਤਾਂ ਮੈਂ ਹੁਣ ਦੱਸ ਰਿਹਾ ਤੁਹਾਨੂੰ ਵੀ ਆਪਾਂ ਜਿਹੜੀ ਇਹ ਪ੍ਰੋਬਲਮ ਆਉਂਦੀ ਆ ਵੀ ਕੰਡਕਟਰ ਦੇ ਵਿੱਚ ਟੈਂਪਰੇਚਰ ਦੇ ਵਧਣ ਨਾਲ ਰੈਜ਼ਿਸਟੈਂਸ ਵੱਧ ਜਾਂਦੀ ਆ, ਇਹ ਤੋਂ ਬਚਿਆ ਕਿਵੇਂ ਜਾ ਸਕਦਾ ਤੇ ਕਿੱਥੇ ਕਿੱਥੇ ਆਪਾਂ ਬਚਾਅ ਕੀਤੇ ਨੇ। ਤਾਂ ਹੁਣ ਜਿੰਨੀਆਂ ਵੀ ਆਪਣੇ ਬਾਹਰ ਰੋਡ ਦੇ ਉੱਪਰ ਜਿੰਨੀ ਵੀ ਵਾਇਰਿੰਗ ਤੁਹਾਨੂੰ ਦਿਖਦੀ ਆ ਪੋਲਸ ਦੇ ਨਾਲ, ਯਾਨੀ ਕਿ ਟਰਾਂਸਫਾਰਮਰ ਤੋਂ ਲੈ ਕੇ ਪੋਲਸ ਤੱਕ ਤੇ ਗ੍ਰਿਡ ਤੋਂ ਲੈ ਕੇ ਟਰਾਂਸਫਾਰਮਰਸ ਤੱਕ, ਉਹ ਸਾਰੀਆਂ ਜਿਹੜੀਆਂ ਵਾਇਰਸ ਨੇ ਉਹ ਅਲੋਇਸ ਦੀਆਂ ਬਣੀਆਂ ਹੁੰਦੀਆਂ ਨੇ, ਠੀਕ ਹੈ। ਤਾਂ ਅਲੋਇਸ ਦੀ ਜਿਹੜੀ ਰੈਜ਼ਿਸਟਿਵਿਟੀ ਆ ਉਹ ਬਹੁਤ ਘੱਟ ਹੁੰਦੀ ਆ ਤੇ ਉਹ ਟੈਂਪਰੇਚਰ ਦੇ ਉੱਪਰ ਡਿਪੈਂਡ ਨਹੀਂ ਕਰਦੀ ਓਨੀ ਹੀ ਜਿੰਨੀ ਮੈਟਲ ਦੀ ਕਰਦੀ ਆ। ਆਮ ਨੋਟ ਸੇਇੰਗ ਕਿ ਕਰਦੀ ਨਹੀਂ, ਠੀਕ ਹੈ। ਅਲੋਇਸ ਦੀ ਜਿਹੜੀ ਪ੍ਰੈਫਰੈਂਸ ਆ ਮੈਟਲਸ ਨਾਲੋਂ ਇਸ ਕਰਕੇ ਜ਼ਿਆਦਾ ਗਈ ਕਿਉਂਕਿ ਜਿੰਨਾ ਟੈਂਪਰੇਚਰ ਵਧਣ ਨਾਲ ਰੈਜ਼ਿਸਟੈਂਸ ਜਿਹੜੀ ਆ, ਜਿਵੇਂ ਮੈਂ ਇੱਥੇ ਲਿਖਾਂ ਵੀ ਟੈਂਪਰੇਚਰ ਜਿਹੜਾ ਲੈਟਸ ਸੇ ਉਹ 30 ਡਿਗਰੀ ਸੈਲਸੀਅਸ ਇਨਕਰੀਜ਼ ਹੋ ਗਿਆ, ਠੀਕ ਹੈ। ਤਾਂ ਇਹ ਚੇਂਜ ਹੋ ਗਈ ਟੈਂਪਰੇਚਰ। ਮੈਟਲਸ
ਤੇ ਅਲੋਇਜ਼। ਹੁਣ ਇਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਅਲਫਾ ਗਾ ਉਹਦੀ ਵੈਲਿਊ ਕਿਹਦੇ ਲਈ ਜ਼ਿਆਦਾ ਹੋਊਗੀ? ਤਾਂ ਜੇ ਟੈਂਪਰੇਚਰ 30 ਡਿਗਰੀ ਸੈਲਸੀਅਸ ਵਧਿਆ ਗਾ, ਅਲਫਾ ਦੀ ਵੈਲਿਊ ਵੱਧਦਾ, ਪਰ ਅਲੋਇਜ਼ ਦੀ ਵੈਲਿਊ ਜਿਹੜੀ ਆ, ਮੈਂ ਇਹਦੇ ਆ ਦੇਖੋ ਐਰੋ ਬਿਲਕੁਲ ਉੱਪਰ ਨੂੰ ਪਾਇਆ ਮੈਂ, ਇਹਦਾ ਮਤਲਬ ਬਹੁਤ ਵੱਧਦਾ। ਤੇ ਜੇ ਮੈਂ ਐਰੋ ਆਏ ਪਾ ਦਾਂ ਤਾਂ ਤੁਸੀਂ ਐ ਸਮਝੋ ਵੀ ਇਹ ਸਲਾਈਟਲੀ ਚੇਂਜ ਹੋ ਰਹੀ ਆ। ਜਿਹੜੇ ਆ ਦੋ ਮੈਂ ਐਰੋ ਪਾਏ ਨੇ, ਇਹਨਾਂ ਦੇ ਬੇਸ ਤੇ ਤੁਹਾਨੂੰ ਗ੍ਰਾਫ ਆਉਂਦਾ ਹੁੰਦਾ ਉੱਥੇ ਪੇਪਰ 'ਚ ਵੀ ਟੈਂਪਰੇਚਰ ਦੇ ਨਾਲ ਰਜਿਸਟਿਵਿਟੀ ਦਾ ਕੀ ਰਿਲੇਸ਼ਨ ਆ, ਠੀਕ ਹੈ, ਮੈਟਲ ਦੇ ਕੇਸ 'ਚ, ਅਲੋਇਜ਼ ਦੇ ਕੇਸ 'ਚ ਤੇ ਸੈਮੀਕੰਡਕਟਰ ਦੇ ਕੇਸ 'ਚ। ਉਹ ਗ੍ਰਾਫ ਬਣਾਓ। ਤਾਂ ਹੁਣ ਉਹ ਗ੍ਰਾਫ ਮੈਂ ਜਿਵੇਂ ਆ ਤੁਹਾਨੂੰ ਮੈਂ ਦੱਸਿਆਗਾ, ਇਹਦੇ ਬੇਸ ਤੇ ਉਹ ਗ੍ਰਾਫ ਪਲਾਟ ਕਰਨ ਲੱਗਿਆ। ਮੈਂ ਤੁਹਾਨੂੰ ਨੋਟਸ ਪ੍ਰੋਵਾਈਡ ਕਰੂੰਗਾ, ਨੋਟਸ ਦੇ ਵਿੱਚ ਇਹ ਗ੍ਰਾਫ ਬਣੇ ਹੋਏ ਨੇ ਆਲਰੇਡੀ, ਠੀਕ ਹੈ ਨਾ, ਕਿਉਂਕਿ ਮੈਂ ਨੋਟਸ ਆਲਰੇਡੀ ਤੁਹਾਨੂੰ ਦੱਸਿਆ ਪਹਿਲਾਂ ਵੀ CBSE ਲਈ ਹੀ ਬਣਾਏ ਨੇ ਉਹ, ਤਾਂ ਤੁਹਾਨੂੰ ਉਹਦੇ ਵਿੱਚ ਇਹ ਗ੍ਰਾਫ ਮਿਲ ਜਾਣਗੇ। ਪਰ ਮੈਂ ਇੱਕ ਵਾਰ ਫਿਰ ਵੀ ਇੱਥੇ ਕਰਦਾ ਡਿਸਕਸ। ਤਾਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਮੰਨ ਲਓ ਮੈਟਲਸ ਲਈ, ਤਾਂ ਟੈਂਪਰੇਚਰ x ਐਕਸਿਸ ਆ, ਰਜਿਸਟਿਵਿਟੀ y ਐਕਸਿਸ ਆ। ਹੁਣ ਟੈਂਪਰੇਚਰ ਦੇ ਵਧਣ ਨਾਲ ਮੈਟਲਸ ਦੀ ਰਜਿਸਟਿਵਿਟੀ ਤੇ ਕੀ ਫਰਕ ਪੈਂਦਾ? ਤਾਂ ਅਸੀਂ ਆਨਸਰ ਦਿੱਤਾ ਵੀ ਟੈਂਪਰੇਚਰ ਦੇ ਵਧਣ ਨਾਲ ਰਜਿਸਟਿਵਿਟੀ ਜਿਹੜੀ ਆ, ਠੀਕ ਹੈ ਨਾ, ਕਿਉਂਕਿ ਰਜਿਸਟਿਵਿਟੀ ਰਿਲੈਕਸੇਸ਼ਨ ਟਾਈਮ ਦੇ ਇਨਵਰਸਲੀ ਪ੍ਰਪੋਰਸ਼ਨਲ ਆ। ਮੰਨ ਲਓ ਤੁਸੀਂ ਇੱਕ ਗੱਲ ਸੋਚੋ, ਕਿਉਂਕਿ ਉੱਥੇ ਜਦੋਂ ਇੰਨਾ ਸਿਲੇਬਸ ਇਕੱਠਾ ਹੋ ਜਾਂਦਾਗਾ ਤਾਂ ਸਾਡੇ ਹਰ ਇੱਕ ਫਾਰਮੂਲਾ ਯਾਦ ਨਹੀਂ ਹੁੰਦਾ। ਇਹ ਤਾਂ ਆਪਾਂ ਸਾਰੇ ਮੰਨਦੇ ਆ ਵੀ ਜਿਵੇਂ ਮੰਨ ਲਓ ਆਪਣੇ ਕੋਲ ਇਕੱਲੇ 1 ਯੂਨਿਟ ਦਾ ਟੈਸਟ ਹੈਗਾ, 1 ਯੂਨਿਟ ਦੇ ਟੈਸਟ ਦੇ ਵਿੱਚ ਬ੍ਰੇਨ ਜਿਹੜਾ ਸਾਡਾ ਉਹ ਸਿਰਫ ਉਸੇ ਕਨਸੈਪਟ ਤੇ ਫੋਕਸ ਕਰਦਾਗਾ। ਜਿਵੇਂ ਕਰੰਟ ਇਲੈਕਟ੍ਰਿਸਿਟੀ ਹੈ ਤਾਂ ਕਰੰਟ ਇਲੈਕਟ੍ਰਿਸਿਟੀ ਤੇ ਫੋਕਸ ਕਰੂ, ਠੀਕ ਹੈ, ਮੈਗਨੈਟਿਕ ਇਫੈਕਟਸ ਆ ਤਾਂ ਮੈਗਨੈਟਿਕ ਇਫੈਕਟਸ ਤੇ ਕਰੂ। ਪਰ ਜਦੋਂ 10 ਯੂਨਿਟ ਇਕੱਠੇ ਹੋ ਜਾਣਗੇ ਤਾਂ ਸਾਰੇ ਕਨਸੈਪਟ ਨੂੰ ਅਸੀਂ ਫੋਕਸ ਨਹੀਂ ਕਰ ਪਾਵਾਂਗੇ। ਤਾਂ ਆ ਛੋਟੇ ਛੋਟੇ ਹਿੰਟ ਹੁੰਦੇ ਨੇ ਜਿਹੜੇ ਸਾਨੂੰ ਹਮੇਸ਼ਾ ਯਾਦ ਰਹਿੰਦੇ ਨੇ। ਤਾਂ ਰਜਿਸਟਿਵਿਟੀ ਦਾ ਇੱਕ ਰਿਲੇਸ਼ਨ ਜਿਹੜਾ ਗਾ ਤੁਹਾਡੇ ਮਾਈਂਡ 'ਚ ਰਵੇ ਵੀ ਟੈਂਪਰੇਚਰ ਦੇ ਨਾਲ ਰਿਲੇਸ਼ਨ ਜੇ ਫਾਈਂਡ ਆਊਟ ਕਰਨਾ ਕਿਸੇ ਵੀ ਸਬਸਟੈਂਸ ਦਾ, ਤਾਂ ਰਿਲੈਕਸੇਸ਼ਨ ਟਾਈਮ ਦੀ ਹੈਲਪ ਨਾ ਕਰਾਂਗੇ, ਕਿਉਂਕਿ ਰਿਲੈਕਸੇਸ਼ਨ ਟਾਈਮ ਜਿਹੜਾ ਗਾ ਟੈਂਪਰੇਚਰ ਦੇ ਵਧਣ ਨਾਲ ਘਟ ਜਾਂਦਾ ਗਾ। ਤਾਂ ਇਹਦਾ ਮਤਲਬ ਮੈਨੂੰ ਇੱਥੋਂ ਪਤਾ ਲੱਗ ਜੂਗਾ ਵੀ ਰਜਿਸਟਿਵਿਟੀ ਜਿਹੜੀ ਆ ਰਿਲੈਕਸੇਸ਼ਨ ਟਾਈਮ ਦੇ ਨਾਲ, ਠੀਕ ਹੈ, ਕਿਵੇਂ ਵੇਰੀ ਕਰੂਗੀ ਜਦੋਂ ਟੈਂਪਰੇਚਰ ਵਧੂਗਾ ਇਨ ਕੇਸ ਆਫ ਮੈਟਲਸ। ਤਾਂ ਦੇਖੋ ਟੈਂਪਰੇਚਰ ਦੇ ਵਧਣ ਨਾਲ ਰਿਲੈਕਸੇਸ਼ਨ ਟਾਈਮ ਘਟਦਾ, ਰਜਿਸਟਿਵਿਟੀ ਵੱਧਦੀ ਆ। ਪਰ ਜੇ ਹੁਣ ਆਪਾਂ ਇਹਨੂੰ ਪਲਾਟ ਕਰਨਾ ਹੋਵੇ ਤਾਂ ਪਲਾਟ ਕਰਨ ਦੇ ਲਈ ਆਪਾਂ ਗ੍ਰਾਫ ਨੂੰ ਐ ਲੈ ਕੇ ਜਾਵਾਂਗੇ, ਟੈਂਪਰੇਚਰ ਵੱਧ ਰਿਹਾ ਹੈਗਾ, ਰਜਿਸਟਿਵਿਟੀ ਉਹਦੇ ਨਾਲ ਨਾਲ ਵੱਧ ਰਹੀ ਆ, ਬਟ ਤੁਸੀਂ ਕਾਂਸਟੈਂਟ ਨਹੀਂ ਕਰਨਾ, ਠੀਕ ਹੈ, ਯਾਨੀ ਕਿ ਸਲੋ ਜਿਹੜਾ ਲਾਈਨ ਆ ਉਹ ਸਟ੍ਰੇਟ ਲਾਈਨ ਡਰਾ ਨਹੀਂ ਕਰਨੀ। ਕਿਉਂ? ਕਿਉਂਕਿ ਕੱਲੀ ਰਜਿਸਟਿਵਿਟੀ ਉਸ ਟਾਈਮ ਰਿਲੈਕਸੇਸ਼ਨ ਟਾਈਮ ਤੇ ਡਿਪੈਂਡ ਨਹੀਂ ਕਰਦੀ, ਹੋਰ ਵੀ ਇੱਕ ਫੈਕਟਰ ਹੈ ਜਿਹਦੇ ਡਿਪੈਂਡ ਕਰਦੀ ਆ। ਇਸ ਕਰਕੇ ਮੈਂ ਐਗਜ਼ੈਕਟ ਵੈਲਿਊ ਨਹੀਂ ਕੈਲਕੂਲੇਟ ਕਰ ਸਕਦਾ ਜਿਹਦੇ ਨਾਲ ਮੈਂ ਉਹ ਸਟ੍ਰੇਟ ਲਾਈਨ ਡਰਾ ਕਰਦਾ। ਤਾਂ ਇੱਥੋਂ ਕਨਫਰਮ ਆ ਵੀ ਉਹ ਵੱਧ ਰਿਹਾ ਹੈਗਾ, ਤਾਂ ਇੰਨਾ ਹੀ ਦੱਸਣਾ ਵੀ ਰਜਿਸਟਿਵਿਟੀ ਇਨਕਰੀਜ਼ ਹੁੰਦੀ ਹੈ ਜਦੋਂ ਟੈਂਪਰੇਚਰ ਇਨਕਰੀਜ਼ ਹੁੰਦਾ ਹੈਗਾ, ਠੀਕ ਹੈ, ਇਨ ਕੇਸ ਆਫ ਮੈਟਲਸ। ਤਾਂ ਇਨ ਕੇਸ ਆਫ ਮੈਟਲਸ। ਤੇ ਜੇ ਹੁਣ ਆਪਾਂ ਗੱਲ ਕਰੀਏ ਰਜਿਸਟਿਵਿਟੀ ਇਨ ਕੇਸ ਆਫ ਸੈਮੀਕੰਡਕਟਰਸ ਕਿਵੇਂ ਚੇਂਜ ਹੋਊਗੀ, ਤਾਂ ਸੈਮੀਕੰਡਕਟਰਸ ਮੈਂ ਇੱਥੇ ਇਕੱਲਾ ਸੈਮੀ ਪਾ ਰਿਹਾ, ਠੀਕ ਹੈ। ਤਾਂ ਸੈਮੀਕੰਡਕਟਰਸ, ਤਾਂ ਹੁਣ ਦੇਖੋ ਟੈਂਪਰੇਚਰ ਦੇ ਵਧਣ ਨਾਲ ਮੈਂ ਤੁਹਾਨੂੰ ਕਿਹਾ ਸੀ ਵੀ ਸੈਮੀਕੰਡਕਟਰ ਜਿਹੜੇ ਨੇ ਉਹ ਉਲਟ ਚੱਲਣਗੇ, ਠੀਕ ਹੈ ਨਾ। ਜੇ ਟੈਂਪਰੇਚਰ ਵਧੂਗਾ ਤਾਂ ਐਕਚੁਅਲ ਦੇ ਵਿੱਚ ਹੁੰਦਾ ਕੀ ਆ, ਜਦੋਂ ਹੁਣ ਤੁਸੀਂ ਇਹ ਕਹਿ ਲਓ ਵੀ ਹੁਣ ਕੋਵਿਡ ਦੀ ਸਿਚੁਏਸ਼ਨ ਸੀਗੀ, ਹਨਾ, ਕੋਵਿਡ ਦੀਆਂ ਬਹੁਤ ਐਗਜ਼ਾਮਪਲਾਂ ਨਾਲ ਮਿਲਣਗੀਆਂ ਤੁਹਾਨੂੰ। ਹੁਣ ਕੋਵਿਡ ਦੀ ਜਿਹੜੀ ਸਿਚੁਏਸ਼ਨ ਸੀ ਤਾਂ ਆਪਾਂ ਦੇਖਿਆ ਸਾਰੇ ਜਾਣੇ ਆਪਾਂ ਸਟਕ ਹੋ ਗਏ, ਹਨਾ, ਘਰਾਂ 'ਚ। ਜਦੋਂ ਥੋੜੀ ਜੀ ਈਜ਼ ਮਿਲਦੀ ਸੀ, ਮਤਲਬ ਜਿਵੇਂ ਤੈਨੂੰ ਕਹਿੰਦੇ ਸੀ ਵੀ ਮਾਰਨਿੰਗ ਦੇ ਵਿੱਚ 1 ਘੰਟਾ ਜਾ ਸਕਦੇ ਹੋ, ਆਫਟਰਨੂਨ 'ਚ 1 ਘੰਟਾ ਜਾ ਸਕਦੇ ਹੋ, ਜਾਂ ਈਵਨਿੰਗ 'ਚ ਜਾ ਸਕਦੇ ਹੋ, ਤਾਂ ਉਸ ਟਾਈਮ ਟ੍ਰੈਫਿਕ ਜਿਹੜੀ ਆ ਇੱਕੋ ਦਮ ਸ਼ੂਟ ਕਰ ਜਾਂਦੀ ਸੀ, ਵੱਧ ਜਾਂਦੇ ਸੀ, ਲੋਕ ਬਹੁਤ ਨਿਕਲੇ ਹੁੰਦੇ ਸੀ ਬਾਹਰ। ਤੇ ਜਦੋਂ ਕਰਫਿਊ ਲੱਗਿਆ ਹੁੰਦਾ ਸੀ ਤਾਂ ਐ ਹੁੰਦਾ ਸੀ ਵੀ ਕੋਈ ਹੈ ਹੀ ਨਹੀਂ, ਰਹਿੰਦਾ ਹੀ ਨਹੀਂਗਾ, ਹਨਾ। ਤਾਂ ਉਹੀ ਸਟੋਰੀ ਜਿਹੜੀ ਆ ਉਹ ਇਸ ਸੈਮੀਕੰਡਕਟਰ ਨਾਲ ਹੁੰਦੀ ਆ। ਜਦੋਂ ਤਾਂ ਟੈਂਪਰੇਚਰ ਦੀ ਗੱਲ ਨਾ ਛੱਡ ਕੇ ਇੱਕ ਸੈਮੀਕੰਡਕਟਰ ਦੇ ਅੰਦਰ ਜਿਹੜਾ ਐਟਮ ਹੁੰਦਾ ਉਹਦੇ ਇਲੈਕਟ੍ਰੋਨ ਜਿਹੜੇ ਨੇ ਉਹ ਸਟੇਬਲ ਹੁੰਦੇ ਨੇ, ਰੁਕੇ ਹੁੰਦੇ ਨੇ, ਐਂ ਕਹਿ ਲਓ, ਠੀਕ ਹੈ, ਜਾਣੀ ਕਿ ਘਰਾਂ 'ਚ ਹੁੰਦੇ ਨੇ। ਤੇ ਜਦੋਂ ਪਤਾ ਲੱਗਿਆ ਵੀ ਕਰਫਿਊ ਹਟ ਗਿਆ ਤਾਂ ਇਹਦਾ ਮਤਲਬ ਐ ਸਮਝ ਲਓ ਵੀ ਟੈਂਪਰੇਚਰ ਵੱਧ ਗਿਆ। ਤਾਂ ਟੈਂਪਰੇਚਰ ਦੇ ਵਧਣ ਨਾਲ ਉਹ ਇਲੈਕਟ੍ਰੋਨ ਫ੍ਰੀ ਹੋ ਜਾਂਦੇ ਨੇ।
ਹੁਣ ਜਦੋਂ ਪਹਿਲਾਂ बाहर ही नहीं निकले तो कोलिजन किहदे नाल होऊगा, राइट। तो जे आपां बाहर ही नहीं निकलते तो एक्सीडेंट होने के चांस ही नहीं हैगे, अपने नाल एक्सीडेंट नहीं होगा कि जे आपां बाहर ही नहीं जाना तो घरे बैठे तो कोई आके आपां नूं हिट कर नहीं लग्या। तो इहदा मतलब उस तरह इलैक्ट्रॉन जिहड़े ने जदों टैंपरेचर वधदा इन केस ऑफ सैमीकंडक्टर तो टैंपरेचर दे इंक्रीज होने नाल जिहड़ा रिलैक्सेशन टाइम आ ओह वध जांदा गा, जानी कि फ्री हो जाते हैं। एक बार असी ईज हो के निकलते हैं तो जिहड़ा उस मोमेंट लई कैलकुलेशन हो रही ने सारियां भी थोड़े टाइम लई, तो जदों वो निकलते हैं बाहर तो चलते हैं। सो दैट मीनस कोलिजन तो पहला उन्हां दे कोल ईजीली टाइम हुंदा गा अवेलेबल। तो इस करके जिहड़े इलैक्ट्रॉन्स ने जदों हुण फ्री मूव करनगे तो रिलैक्सेशन टाइम वधदा गा। रिलैक्सेशन टाइम दे वधन नाल रजिस्टिविटी जिहड़ी आ ओह घट जांदी आ, ठीक है। तो रजिस्टिविटी जिहड़ी आ टैंपरेचर दे वधन नाल सैमीकंडक्टर दे विच डिक्रीज हुंदी आ। ते जे डिक्रीज हुंदी आ तो मैं एरो जिहड़ा गा ओह ऐ पाऊंगा, क्यों? बिकॉज टैंपरेचर तो वध रहा गा तो रजिस्टिविटी जिहड़ी आ ओह घट रही आ। सो सैमीकंडक्टर दे केस च ए ग्राफ बनूगा, ठीक है। हुण रही गल अलॉयज दी, तो अलॉयज दे लई मैं आ एग्जाम्पल उपरों इरेज करदा ते उत्थे बनाउणा मैं जिहड़ा ये अपना ग्राफ आ। तो अलॉयज दे केस च की हुंदा, अलॉयज दे केस दे विच टैंपरेचर बहुत ज़्यादा चेंज होने दे नाल बहुत थोड़ी अमाउंट च रजिस्टिविटी वधदी आ। तुसीं ऐ कह लो भी जे टैंपरेचर 100 चेंज होया तो रजिस्टिविटी 0.5 पर चेंज होगी। टैंपरेचर दे 100 अमाउंट चेंज होने नाल रजिस्टिविटी ऑफ अलॉय सिर्फ 0.5 चेंज होगी। तो तुसीं आप सोचो एक चेंज तो 100 आ गई, एक सिर्फ 0.5 हुई आ, तो बहुत थोड़ी आ, ठीक है। इस करके जिहड़ा दा ग्राफ आ वो पैरेलल टू टाइम एक्स टैंपरेचर तो नहीं हुंदा, पर थोड़ा जा ऊपर हुंदा ऐ इस तरह, ठीक है ना। ये तो मैं फिर भी बहुत ज़्यादा दिखाता थोनू ज़्यादा करके, क्योंकि इत्थे डायग्राम मे भी थोड़े क्लीयर ना बनती होवे आउंदी होवे, पर यह ग्राफ मेरे नोट्स दे विच होऊगा, तुसीं उत्थे देख लेना। बाकी तुहाडी बुक्स दे विच भी यह ग्राफ होऊगा भी टैंपरेचर दे इंक्रीज होने नाल अलॉयज दी रजिस्टिविटी जिहड़ी आ वो स्लाइटली इंक्रीज हुंदी है, देखो स्लाइटली, ठीक है, थोड़ी थोड़ी इंक्रीज हुंदी आ। तो यह केस सीगा अपने कोल अलॉयज दे बारे, ठीक है। तो इनू हुण फोटो खिच लो दी, ओके। हुण अगला पार्ट हैगा अपने कोल एक इलैक्ट्रॉन मोबिलिटी बारे ते एक हैगा गा करंट डेंसिटी बारे। मैं पहला करंट डेंसिटी दा रिलेशन डिस्कस कर दांगा ते करंट डेंसिटी दा जिहड़ा रिलेशन आ इहदे बारे थोनू मैं फिर क्वेश्चन भेजूंगा एक जिहड़ा पेपर च आया होया, ते थोनू उत्थों पता लगूगा भी जिहड़ा क्वेश्चन आ वो किवें बन के आ सकदा करंट डेंसिटी बारे, ठीक है। तो करंट डेंसिटी नू जे आपां लिखना होवे, पहली गल डेंसिटी जिहदे नाल वर्ड आ जांदा ਇਹਦਾ मतलब ਹੁੰਦਾ भी डेंसिटी डिनोमिनेटर होगा। डेंसिटी किस बेस च होगी? डेंसिटी अपने आप तो कुछ होंदी नहीं, पर यूनिट एरिया, पर यूनिट लेंथ, पर यूनिट वॉल्यूम होंदी आ, ठीक है। हुण जिहड़ी ये वायर आ, मान लो ये सिलेंडरिकल आ, ਇਹਦੇ ਵਿੱਚੋਂ करंट फ्लो कर ਰਿਹਾ ਗਾ, ਤਾਂ ਜੇ ਹੁਣ मैं ਪੁੱਛਾਂ भी ਤੁਹਾਨੂੰ कि करंट ਕਿਵੇਂ फ्लो कर ਰਿਹਾ ਗਾ, ठीक है ना, कि ਉਹ ਇਹਦੇ वॉल्यूम च फ्लो कर ਰਿਹਾ ਗਾ ਜਾਂ ਇਹਦੇ ਏਰੀਆ ਚ ਕਰ ਰਿਹਾ ਜਾਂ ਇਹਦੀ ਲੈਂਥ ਚ ਕਰ ਰਿਹਾ, ਤੇ ਇਹਦਾ ਆਨਸਰ ਹੈ ਇਹਦੇ ਕ੍ਰਾਸ ਸੈਕਸ਼ਨ ਤੇ ਹੁੰਦਾ ਕਰੰਟ। मतलब करंट स्पाइरल चलदा ऐ, ठीक है, ਤਾਂ ਇਹਦੇ ਏਰੀਆ ਤੇ ਰਹੂਗਾ, ਇਹਦੇ ਅੰਦਰ ਨਹੀਂ ਹੁੰਦਾ। ਤਾਂ वॉल्यूम ਦੇ ਅੰਦਰ करंट नहीं ਹੁੰਦਾ, ठीक है। क्यों? क्योंकि इनसाइड द कंडक्टर इलैक्ट्रिक फील्ड की हुंदी आ 0, याद करो। ਤਾਂ ਇਹਦਾ मतलब अंदर ਤਾਂ हो ही नहीं सकता। ਤਾਂ ਜੇ ਤੁਹਾਨੂੰ ਕੋਈ ਕਹਿੰਦਾ ਆਪਾਂ ਉਹ ਗੱਲ उल्ट मतलब कहने ਆਪਾਂ ਜਦੋਂ ਕਹਿੰਦੇ ਮਿਸ ਨੋਰਮਲ ਕਹਿੰਦੇ ਆਪਾਂ ਕਹਿੰਦੇ ਤਾਰ 'ਚ ਕਰੰਟ ਆ, ਤਾਰ ਦੇ ਵਿੱਚ ਕਰੰਟ ਨਹੀਂ ਹੁੰਦਾ, ਤਾਰ ਦੇ ਉੱਪਰ ਕਰੰਟ ਹੁੰਦਾ, ਠੀਕ ਹੈ। ਤਾਂ ਕਰੰਟ ਉਹਦੇ ਏਰੀਆ ਦੇ ਵਿੱਚ ਆ, ਤਾਂ ਇਸ ਕਰਕੇ ਕਰੰਟ ਡੈਂਸਿਟੀ ਜਿਹੜੀ ਆ ਉਹ ਕਰੰਟ ਬਾਈ ਏਰੀਆ ਹੋਊਗੀ, ਠੀਕ ਹੈ। ਹੁਣ ਇੱਥੋਂ
ਜਿਹੜੀ ਮਾਈਕਰੋਸਕੋਪਿਕ ਫਾਰਮ ਆਫ ਓਮਸ ਲਾ ਬਣਾਉਣੀ ਆਪਾਂ ਤੁਹਾਨੂੰ ਆ ਮੈਂ ਵਰਡ ਜਿਹੜਾ ਲਿਖ ਰਿਹਾ ਇੱਥੇ ਮਾਈਕਰੋਸਕੋਪਿਕ ਫਾਰਮ ਆਫ ਓਹਮਸ ਲਾ ਠੀਕ ਹੈ ਇਹ ਤੁਹਾਨੂੰ ਮੇਬੀ ਬੁੱਕਸ ਦੇ ਵਿੱਚ ਲਿਖਿਆ ਮਿਲ ਜੇ ਪਰ ਜਦੋਂ ਕੁਐਸਚਨ ਆਊਗਾ ਉਹ ਮੈਂ ਤੁਹਾਨੂੰ ਭੇਜੂੰਗਾ ਵੀ ਕਿਵੇਂ ਆਇਆ ਹੋਊਗਾ ਤਾਂ ਕਰੰਟ ਦੀ ਵੈਲਿਊ ਯਾਦ ਕਰੋ ਕੱਲ ਅਸੀਂ ਪ੍ਰੂਵ ਕੀਤਾ ਸੀ in terms of ਜੇ ਡ੍ਰਿਫਟ ਵੈਲੋਸਿਟੀ ਲਿਖਣਾ ਹੋਵੇ ਤਾਂ ਜੇ in terms of ਡ੍ਰਿਫਟ ਵੈਲੋਸਿਟੀ ਲਿਖਣਾ ਇਹ ਆ ਜਾਊਗਾ ANEVD ਰਾਈਟ ਬਾਈ ਏਰੀਆ A ਤਾਂ A ਕੈਂਸਲ ਆਊਟ ਹੋ ਗਿਆ ਸੋ J ਦੀ ਵੈਲਿਊ ਜਿਹੜੀ ਆ ਉਹ ਆ ਗਈ NEVD ਹੁਣ ਜੇ ਤੁਸੀਂ ਕਹੋ ਤਾਂ ਚੱਲ ਪੋ ਬਸ ਉਵੇਂ VD ਦੀ ਵੈਲਿਊ ਪੁੱਟ ਕਰ ਦਿਓ ਕਿਉਂਕਿ ਜਿਹੜਾ ਸੈਕੰਡ ਯੂਨਿਟ ਦਾ ਇਹ ਪਾਰਟ ਆ ਤੁਸੀਂ ਇਹਦੇ ਚ ਕੋਈ ਮਰਜ਼ੀ ਫਾਰਮੂਲਾ ਚੱਕ ਕੇ ਫਿੱਟ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਸਾਰੇ ਫਾਰਮੂਲੇ ਇੱਕ ਦੂਜੇ ਤੋਂ ਹੀ ਡਰਾਈਵ ਹੋਏ ਪਏ ਨੇ ਠੀਕ ਹੈ ਇਸ ਕਰਕੇ ਇਹਦੇ ਚ ਹਰ ਵਾਰ ਕੋਈ ਨਵਾਂ ਰਿਲੇਸ਼ਨ ਉਹ ਪੁੱਛ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਫਾਰਮੂਲੇ ਚ ਵੈਲਿਊ ਪੁੱਟ ਕਰਕੇ ਤੁਸੀਂ ਸਬਸਟੀਟਿਊਟ ਕਰਕੇ ਯਾਨੀ ਕਿ ਆਪਾਂ ਕੋਈ ਵੀ ਡਰਾਈਵ ਕਰ ਸਕਦੇ ਹਾਂ ਤਾਂ ਇਸ ਕਰਕੇ ਇਹਦੇ ਵਿੱਚ ਜੇ ਹੁਣ VD ਦੀ ਵੈਲਿਊ ਆ ਤਾਂ VD ਦੀ ਵੈਲਿਊ ਮੈਂ ਕੀ ਪੁੱਟ ਕਰੂੰਗਾ NE E ਕੈਪੀਟਲ E ਟੌ ਬਾਈ M ਦੇਖੋ ਆ ਪੁੱਟ ਕਰ ਲਈ ਹੁਣ ਇੱਥੋਂ ਇਹਦੇ ਵਿੱਚੋਂ ਜੇ N ਸਮਾਲ E ਸਕੁਅਰ ਟੌ ਅਪਨ M ਇਹਨੂੰ ਅਲੱਗ ਕਰਤਾ ਕੱਲਾ E ਨੂੰ ਅਲੱਗ ਕਰਤਾ ਇੱਥੇ ਮੈਂ ਠੀਕ ਹੈ ਐ ਲਿਖ ਲਿਆ ਮੈਂ N E ਸਕੁਅਰ ਟੌ ਬਾਈ M ਇਹ ਐਡ ਕਰ ਲਿਆ E ਇਲੈਕਟ੍ਰਿਕ ਫੀਲਡ ਅਲੱਗ ਲਿਖ ਲਈ ਜਿਹੜੀ ਆ ਵੈਲਿਊ ਆ ਇਹ ਵੈਲਿਊ ਨੂੰ ਤੁਸੀਂ ਫੈਮਿਲੀਅਰ ਹੋ ਕਿਵੇਂ ਇਹ ਰੈਸੀਪ੍ਰੋਕਲ ਆਫ ਰੈਜ਼ਿਸਟਿਵਿਟੀ ਆ ਕਿਉਂ ਰੈਜ਼ਿਸਟਿਵਿਟੀ ਦਾ ਫਾਰਮੂਲਾ ਆਪਾਂ ਕੀਤਾ ਸੀ ਕੀ ਸੀਗਾ M ਅਪਨ NE ਸਕੁਅਰ ਟੌ ਰਾਈਟ ਤਾਂ ਜੇ ਆਪਾਂ ਦੇਖਿਆ ਜਾਵੇ ਇਹ ਉਲਟ ਲਿਖਿਆ ਹੋਇਆ ਨਾ ਉਹ ਤੋਂ ਸੋ ਇਹਦਾ ਮਤਲਬ ਮੈਂ ਇਸ ਕਰੰਟ ਡੈਂਸਿਟੀ ਨੂੰ ਲਿਖ ਸਕਦਾਗਾ E into 1 by rho ਹੁਣ ਜੇ ਤੁਹਾਨੂੰ ਪਤਾਗਾ ਵੀ ਕਰੰਟ ਕੰਡਕਟਿਵਿਟੀ ਜਿਹੜੀ ਆ ਰੈਸੀਪ੍ਰੋਕਲ ਆਫ ਰੈਜ਼ਿਸਟਿਵਿਟੀ ਹੁੰਦੀ ਆ ਸੋ ਇਹਦਾ ਮਤਲਬ J ਦੀ ਵੈਲਿਊ ਨੂੰ ਮੈਂ 1 by rho ਜਿਹੜਾ ਉਹਨੂੰ ਮੈਂ ਸਿਗਮਾ ਲਿਖ ਸਕਦਾ ਠੀਕ ਹੈ ਤਾਂ ਕਰੰਟ ਡੈਂਸਿਟੀ ਜਿਹੜੀ ਆ ਉਹ ਇੱਥੋਂ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਜਾਊਗੀ ਇਲੈਕਟ੍ਰਿਕ ਫੀਲਡ ਦੇ ਪ੍ਰੋਪੋਰਸ਼ਨੈਲਿਟੀ ਹਟਾ ਕੇ ਆਪਾਂ ਇੱਕ ਕਾਂਸਟੈਂਟ ਲਾਇਆਗਾ ਜਿਹੜਾ ਕੰਡਕਟਿਵਿਟੀ ਆ ਐਂਡ ਦੈਟ ਇਜ਼ ਕਾਲਡ ਮਾਈਕਰੋਸਕੋਪਿਕ ਫਾਰਮ ਆਫ ਓਮਸ ਲਾ ਮਤਲਬ ਜਿਹੜਾ ਬਿਲਕੁਲ ਐਂ ਕਹਿ ਲਓ ਵੀ ਜੋ ਅੰਦਰ ਸਿਸਟਮ ਦੇ ਵਿੱਚ ਹੋ ਰਿਹਾ ਰਿਐਲਿਟੀ ਜਿਹੜੀ ਆ ਉਹ ਆ ਗਈ ਠੀਕ ਹੈ ਜੋ ਬਾਹਰ ਦਿਖਦਾਗਾ ਉਹ ਹੈਗਾ V ਡਾਇਰੈਕਟਲੀ ਪ੍ਰੋਪੋਰਸ਼ਨਲ ਟੂ I ਕਿਉਂ V ਤੁਹਾਨੂੰ ਪਤਾ ਹੁੰਦਾ ਕਿੰਨਾ ਪੋਟੈਂਸ਼ੀਅਲ ਅਪਲਾਈ ਕੀਤਾ I ਕਰੰਟ ਤੁਸੀਂ ਮੈਜ਼ਰ ਕਰ ਸਕਦੇ ਹੋ ਉਹ ਹੈਗਾ ਮੈਕਰੋ ਠੀਕ ਹੈ ਮੈਕਰੋ MA ਵਾਲਾ ਤੇ ਇਹ ਹੈਗਾ ਮਾਈਕਰੋ ਕਿਉਂ ਇਹ ਦਿਖਦਾ ਨਹੀਂ ਇਹ ਅੰਦਰ ਆ ਤਾਂ ਜਿਹੜਾ ਸਿਸਟਮ ਦੇ ਅੰਦਰ ਹੋ ਰਿਹਾਗਾ ਉਹਦੇ ਬੇਸ ਤੇ ਇਹ ਫਾਰਮੂਲਾ ਇਸ ਕਰਕੇ ਇਹ ਇੰਪੋਰਟੈਂਟ ਆ ਠੀਕ ਹੈ ਹੁਣ ਇਹਨੂੰ ਤੁਸੀਂ ਚੇਂਜ ਕਰਕੇ ਜਿਵੇਂ ਆਹ ਫਾਰਮੂਲਾ ਹੈਗਾ E by rho ਆ ਇਹਦੇ ਬੇਸ ਤੇ ਨਿਊਮੈਰੀਕਲ ਆ ਜੀ ਮੈਂ ਤੁਹਾਨੂੰ ਪੋਟੈਂਸ਼ੀਅਲ ਦੇ ਦਾਂ ਲੈਂਥ ਦੇ ਦਾਂ ਠੀਕ ਹੈ ਤੇ ਮੈਂ ਤੁਹਾਨੂੰ ਕਹਿਦਾ ਵੀ ਦੱਸੋ ਜੇ ਰੈਜ਼ਿਸਟਿਵਿਟੀ ਇੰਨੀ ਆ ਤਾਂ ਕਰੰਟ ਡੈਂਸਿਟੀ ਕਿੰਨੀ ਹੋਊਗੀ ਤਾਂ ਤੁਸੀਂ ਖੁਦ ਦੇਖਣਾ ਵੀ J ਦੀ ਵੈਲਿਊ ਨੂੰ ਕਰੰਟ ਡੈਂਸਿਟੀ ਨੂੰ ਆਪਾਂ ਹਾਂ ਬੇਟੇ ਬਿਲਕੁਲ ਦੁਬਾਰਾ ਦੱਸਦਾ ਮੈਕਰੋ ਦਾ ਮਤਲਬ ਹੁੰਦਾ ਬੇਟੇ ਲਾਰਜ ਲੈਵਲ ਤੇ ਲਾਰਜ ਸਕੇਲ ਤੇ ਮੈਕਰੋ ਠੀਕ ਹੈ A ਵਾਲਾ ਮੈਕਰੋ ਤਾਂ ਜਿਹੜਾ ਮੈਕਰੋ ਆ ਉਹ ਹੈਗਾ ਜਿਵੇਂ ਆਪਣੇ ਘਰਾਂ 'ਚ ਸਪਲਾਈ ਆ ਜਿੱਥੇ ਵੀ ਤੁਸੀਂ ਜਾਨੀ ਕਿ ਮੈਂ ਹੁਣ ਹੋਰ ਤੁਹਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਐਡ ਕਰ ਦਿੰਦਾ ਤੁਸੀਂ ਮਾਰਕੀਟ ਦੇ ਵਿੱਚ ਦੋ ਤਰ੍ਹਾਂ ਦੀਆਂ ਸ਼ਾਪ ਦੇਖਦੇ ਹੋ ਜਿਨ੍ਹਾਂ ਦੇ ਉੱਪਰ ਬਿਜਲੀ ਦਾ ਸਮਾਨ ਮਿਲਦਾਗਾ ਜਾਂ ਇਲੈਕਟ੍ਰਿਸਿਟੀ ਤੇ ਚੱਲਣ ਵਾਲਾ ਸਮਾਨ ਮਿਲਦਾ ਜੇ ਤੁਸੀਂ ਬਲਬ ਲੈਣ ਜਾਣਾ ਠੀਕ ਹੈ ਸਵਿਚ ਲੈਣ ਜਾਣੀ ਆ ਪਲੱਗ ਲੈਣ ਜਾਣਾਗਾ ਤਾਂ ਤੁਸੀਂ ਕਦੇ ਵੀ ਸੈਮਸੰਗ LG ਦੇ ਸ਼ੋਰੂਮ 'ਚ ਨਹੀਂ ਜਾਓਗੇ ਠੀਕ ਹੈ ਨਾ ਤੁਸੀਂ ਉੱਥੇ ਨਹੀਂ ਕਹੋਗੇ ਮੈਨੂੰ ਜਾ ਕੇ LG ਦਾ ਬਲਬ ਦੇ ਦੇ ਠੀਕ ਹੈ ਨਾ ਮੈਨੂੰ ਜਾ ਕੇ ਤੂੰ ਆ LG ਦੀ ਸਵਿਚ ਦੇ ਦੇ ਸੈਮਸੰਗ ਦੀ ਸਵਿਚ ਦੇ ਦੇ ਕਿਉਂ ਬਿਕੋਜ਼ ਉਹਨਾਂ ਦੇ ਕੋਲ ਜਿਹੜਾ ਵਿਕਦਾ ਸਮਾਨ ਆ ਉਹ ਇਲੈਕਟ੍ਰੋਨਿਕਸ ਹੁੰਦਾ ਤੇ ਜੇ ਤੁਸੀਂ ਇਸ ਤਰ੍ਹਾਂ ਦਾ ਸਮਾਨ ਲੈਣਾ ਜਿਵੇਂ ਬਲਬ ਹੋ ਗਿਆ ਟਿਊਬ ਹੋ ਗਈ ਠੀਕ ਹੈ ਕਨੈਕਸ਼ਨ ਦੇ ਲਈ ਸਪਲਾਈ ਲੈਣੀ ਆ ਤਾਂ ਤੁਸੀਂ ਜਾਓਗੇ ਇਲੈਕਟ੍ਰੀਕਲ ਸ਼ਾਪ ਤੇ ਹੁਣ ਕਦੇ ਵੀ ਨੋਟ ਕਰਕੇ ਦੇਖ ਲਿਓ ਜਿਹੜੀ ਸ਼ਾਪ ਤੇ ਤੁਸੀਂ ਜਾਓਗੇ ਉਹਦੇ ਉੱਪਰ ਦੋ ਤਰ੍ਹਾਂ ਦੀਆਂ ਚੀਜ਼ਾਂ ਹੋਣਗੀਆਂ ਜਾਂ ਤਾਂ ਉਹ ਇਲੈਕਟ੍ਰੋਨਿਕਸ ਹੋਊਗੀ ਜਾਂ ਹੋਊਗੀ ਇਲੈਕਟ੍ਰੀਕਲ ਤਾਂ ਜਿਹੜਾ ਆ ਸਟੋਰੀ ਚੱਲ ਰਹੀ ਆ ਇਹ ਸਾਰੀ ਦੀ ਸਾਰੀ ਇਲੈਕਟ੍ਰੀਕਲ ਦੀ ਆ ਠੀਕ ਹੈ ਇਲੈਕਟ੍ਰੋਨਿਕਸ ਦੇ ਬਾਰੇ ਸੈਮੀਕੰਡਕਟਰ ਦੀ ਕਹਾਣੀ ਆ ਸਾਰੀ ਸੈਮੀਕੰਡਕਟਰ 'ਚ ਜਾ ਕੇ ਡਿਸਕਸ ਕਰਾਂਗੇ ਵੀ ਕੀ ਇਲੈਕਟ੍ਰੋਨਿਕਸ ਹੁੰਦਾ
ਤਾਂ ਜਿੱਥੇ ਕਿਤੇ ਵੀ ਸੈਮੀਕੰਡਕਟਰ ਦੇ ਥਰੂ ਕਨੈਕਸ਼ਨ ਜੋੜਿਆ ਗਿਆ ਉਹਨੂੰ ਅਸੀਂ ਕਹਿੰਦੇ ਆ ਇਲੈਕਟ੍ਰੋਨਿਕਸ। ਜਿੱਥੇ ਵਾਇਰ ਦੇ ਥਰੂ, ਠੀਕ ਹੈ, ਜਿੱਥੇ ਓਮਸ ਲਾਅ ਦੇ ਥਰੂ ਆਪਾਂ ਜੋੜਿਆਗਾ ਉਹਨੂੰ ਅਸੀਂ ਕਹਿੰਦੇ ਆਂਗੇ ਇਲੈਕਟ੍ਰੀਕਲ। ਤਾਂ ਜਿਹੜਾ ਆਗਾ ਇਹ ਮੈਕਰੋ ਆ, ਉਹ ਸੌਰੀ ਜਿਹੜਾ V ਡਾਇਰੈਕਟਲੀ ਪ੍ਰੋਪੋਰਸ਼ਨਲ ਟੂ I ਆ, ਜੋ ਆਪਣੇ ਘਰਾਂ 'ਚ ਦਿਖਦਾ। ਮੈਂ ਜਿਵੇਂ ਕਹਿੰਦਾ ਮੈਂ ਵੋਲਟੇਜ ਵਧਾਤੀ ਤਾਂ ਤੁਸੀਂ ਦੇਖੋ ਹੁਣ ਤਾਂ ਕਦੇ ਖੈਰ ਹੋਇਆ ਹੀ ਨਹੀਂ, ਪਰ ਪੁਰਾਣੇ ਟਾਈਮ ਦੇ ਵਿੱਚ ਤੁਸੀਂ ਆਪਣੇ ਪੇਰੈਂਟਸ ਨੂੰ ਪੁੱਛ ਕੇ ਦੇਖਿਓ ਜਾਂ ਹੋਰ ਵੀ ਕੋਈ ਜੇ ਤੁਹਾਡੇ ਕੋਲ ਨੇੜੇ ਹੋਇਆ ਵੀ ਜਿਹੜਾ ਤੁਹਾਨੂੰ ਯਾਦ ਕਰਕੇ ਦੱਸ ਸਕਦਾਗਾ ਕਿ ਵੀ ਜਿਹੜਾ ਪਹਿਲਾਂ ਦਾ ਟਾਈਮ ਹੁੰਦਾ ਸੀ ਨਾ, ਉਸ ਟਾਈਮ ਦੇ ਵਿੱਚ ਬਿਜਲੀ ਜਿਹੜੀ ਹੁੰਦੀ ਸੀ, ਇਲੈਕਟ੍ਰਿਸਿਟੀ, ਉਹ ਕਦੇ ਬਹੁਤ ਡਿਮ ਹੋ ਜਾਂਦੀ ਸੀ, ਕਦੇ ਬਹੁਤ ਜ਼ਿਆਦਾ ਆ ਜਾਂਦੀ ਸੀਗੀ, ਕਿਉਂਕਿ ਉਸ ਟਾਈਮ ਕਨੈਕਸ਼ਨ ਜਿਹੜੇ ਹੁੰਦੇ ਸੀਗੇ ਉਹ ਜਿਵੇਂ ਚਲਾਏ ਜਾਂਦੇ ਸੀਗੇ ਉਸ ਹਿਸਾਬ ਨਾਲ ਲੋਡ ਐਡਜਸਟ ਨਹੀਂ ਸੀ ਹੁੰਦਾ ਤਾਂ ਉਹ ਪ੍ਰੋਬਲਮ ਹੁੰਦੀ ਸੀ ਇੱਕ। ਫਿਰ ਉਸ ਚੀਜ਼ ਦੇ ਲਈ ਯਾਨੀ ਕਿ ਜਦੋਂ ਲਾਈਟ ਵੱਧਦੀ ਆ ਆਪਾਂ ਕਹਿੰਦੇ ਆ ਲਾਈਟ ਵੱਧ ਆ ਗਈ। ਹੁਣ ਐਕਚੁਅਲ ਦੇ ਵਿੱਚ ਲਾਈਟ ਤਾਂ ਵੱਧ ਨਹੀਂ ਆਈ, ਲਾਈਟ ਵੱਧ ਕਿਉਂ ਕਹਿ ਦਿੰਦੇ ਆਪਾਂ, ਜਾਂ ਲਾਈਟ ਆਪਾਂ ਕਹਿੰਦੇ ਲਾਈਟ ਡਿਮ ਆ ਗਈ। ਲਾਈਟ ਡਿਮ ਦਾ ਮਤਲਬ ਕੀ ਹੈਗਾ ਵੀ ਜਿਹੜੀ ਤੁਹਾਡੇ ਘਰੇ ਟਿਊਬ ਚੱਲ ਰਹੀ ਹੈ, ਬਲਬ ਚੱਲ ਰਿਹਾ, ਉਹ ਡਿਮ ਹੋ ਗਿਆ, ਪਰ ਐਕਚੁਅਲ ਦੇ ਵਿੱਚ ਲਾਈਟ ਤਾਂ ਹੀ ਡਿਮ ਹੋਈ, ਐਕਚੁਅਲੀ ਇਲੈਕਟ੍ਰਿਸਿਟੀ ਪਿੱਛੋਂ ਜਿਹੜੀ ਆ ਰਹੀ ਆ ਵੋਲਟੇਜ ਉਹ ਲੋ ਹੋ ਗਈ। ਤਾਂ ਜਦੋਂ ਵੋਲਟੇਜ ਲੋ ਹੋ ਗਈ ਉਹਦੇ ਕਰਕੇ ਆਪਾਂ ਨੂੰ ਫੀਲ ਹੁੰਦਾਗਾ ਵੀ ਲਾਈਟ ਜਿਹੜੀ ਆ ਉਹ ਰਿਡਿਊਸ ਹੋ ਗਈ, ਕਿਉਂਕਿ ਜਿਵੇਂ ਵੋਲਟੇਜ ਘਟੀ, ਹੁਣ ਸਮਝਿਓ ਗੱਲ, V ਦੇ ਘਟਣ ਨਾਲ ਓਮਸ ਲਾਅ ਕਹਿੰਦਾ I ਘਟੂਗਾ, ਕਿਉਂਕਿ V ਡਾਇਰੈਕਟਲੀ ਪ੍ਰੋਪੋਰਸ਼ਨਲ ਟੂ I ਆ। ਤਾਂ ਹੁਣ ਦੇਖੋ ਪਿੱਛੋਂ ਵੋਲਟੇਜ ਘਟ ਗਈ, ਜੇ 220 ਆਉਂਦੀ ਸੀ ਮੰਨ ਲਓ 180 ਆ ਗਈ, ਤਾਂ ਓਨੇ ਦੇ ਨਾਲ ਜੇ 220 ਤੋਂ 180 ਹੋ ਗਿਆ ਤਾਂ ਕਰੰਟ ਵੀ ਪਹਿਲਾਂ ਨਾਲੋਂ ਘਟ ਜੂਗਾ। ਤਾਂ ਜੇ ਕਰੰਟ ਘਟੂਗਾ ਤਾਂ ਉਹ ਬਲਬ ਦੇ ਕੋਲ, ਟਿਊਬ ਦੇ ਕੋਲ, ਫੈਨ ਦੇ ਕੋਲ ਵੀ ਘਟ ਜਾਊਗਾ। ਤਾਂ ਇਸ ਕਰਕੇ ਫੈਨ ਹੋ ਗਿਆ, ਬਲਬ ਹੋ ਗਿਆ, ਇਹ ਆਪਣੀ ਐਫੀਸ਼ੀਐਂਸੀ ਘਟਾ ਲੈਣਗੇ, ਚੱਲਣਗੇ ਪਰ ਘਟਾ ਲੈਣਗੇ, ਰਾਈਟ। ਤਾਂ ਉਹ ਦਿਖਦਾਗਾ, ਰਾਈਟ, ਸਾਨੂੰ ਦਿਖੂਗਾ ਸਾਹਮਣੇ ਵੀ ਆਹ ਚੀਜ਼ ਹੋ ਰਹੀ ਆ, ਪਰ ਜਿਹੜਾ ਆਗਾ ਇਹ ਦਿਖਦਾ ਨਹੀਂ। ਕਿਉਂ? ਤੁਸੀਂ ਕਦੇ ਵੀ ਇਲੈਕਟ੍ਰਿਕ ਫੀਲਡ ਦੇਖੀ ਹੋਈ ਨਹੀਂ, ਸੋਚ ਕੇ ਦੇਖੋ। ਕਰੰਟ ਜਿਹੜਾਗਾ ਉਹ ਤੁਸੀਂ ਕੈਲਕੂਲੇਟ ਕੀਤਾਗਾ, ਪਰ ਇਲੈਕਟ੍ਰਿਕ ਫੀਲਡ ਨੂੰ ਜਾ ਕੇ ਮੈਨੂਅਲੀ ਕਦੇ ਕੈਲਕੂਲੇਟ ਨਹੀਂ ਕੀਤਾ। ਇਲੈਕਟ੍ਰਿਕ ਫੀਲਡ ਨੂੰ ਮੈਜ਼ਰ ਕਰਨ ਵਾਲਾ ਕੋਈ ਵੀ ਡਿਵਾਈਸ ਨਹੀਂ ਹੈਗਾ, ਇਸ ਕਰਕੇ ਇਹ ਅੰਦਰਲਾ ਸਿਸਟਮ ਆ। ਮੈਂ ਜਿਵੇਂ ਕਹਿੰਦਾ ਮੇਰਾ ਹੱਥ ਆ, ਹੁਣ ਮੈਂ ਫਿੰਗਰਸ ਨੂੰ ਕਰ ਰਿਹਾ ਕਰਲ, ਹਨਾ, ਬਾਹਰੋਂ ਦੇਖਣ ਨੂੰ ਇਹ ਜਿਹੜਾਗਾ ਇਹ ਹੈਗਾਗਾ ਮੈਕਰੋ, ਪਰ ਅੰਦਰ ਮੈਨੂੰ ਪਤਾ ਇਹਦੇ ਵੀ ਜਿਹੜੀਆਂ ਵੇਨਸ ਨੇ ਜਾਂ ਮਸਲ ਨੇ ਜਿਹੜੇ, ਉਹਨਾਂ ਨੇ ਇਹਨਾਂ ਨੂੰ ਐਂ ਕੀਤਾ, ਉਹਨਾਂ ਨੇ ਇਹਨੂੰ ਐਂ ਕੀਤਾ। ਤਾਂ ਜਿਹੜੀ ਇਹਦੀ ਸਟੱਡੀ ਆ ਵੀ ਇੰਟਰਨਲੀ ਇਹਦੇ ਅੰਦਰ ਕੀ ਹੋਇਆ, ਕਿਵੇਂ ਬੋਨਸ ਨੇ ਆਪਣੇ ਆਪ ਨੂੰ ਇਕੱਠਾ ਕੀਤਾ, ਕਿਵੇਂ ਮੈਸੇਜ ਗਿਆ, ਉਹ ਸਾਰਾ ਮਾਈਕਰੋ ਆ। ਤਾਂ ਇਹ ਮਾਈਕਰੋ ਲੈਵਲ ਸੀ, ਯਾਨੀ ਕਿ ਜਿਹੜਾ ਰਿਐਲਿਟੀ ਆ ਐਕਚੁਅਲ ਦੇ ਵਿੱਚ ਅੰਦਰੋਂ ਆ, ਠੀਕ ਹੈ। ਤਾਂ ਇਸ ਦੇ ਬਾਰੇ ਕੁਐਸਚਨ ਜਿਹੜਾ ਆਉਂਦਾ ਹੁੰਦਾ ਪੇਪਰ 'ਚ, ਤੁਸੀਂ ਇਹਨੂੰ ਕਰੋ ਕਲਿੱਕ ਤੇ ਫਿਰ ਆਪਾਂ ਅਗਲਾ ਟੌਪਿਕ ਕਰਦੇ ਹਾਂ। ਹੁਣ ਤੁਹਾਡੇ ਨਾਲ ਇਹਦੇ ਵਿੱਚੋਂ ਤਾਂ ਆਹ ਤਾਂ ਹੋ ਗਿਆ, ਇੱਕ ਇਲੈਕਟ੍ਰੋਨ ਮੋਬਿਲਿਟੀ ਦਾ ਟੌਪਿਕ ਡਿਸਕਸ ਕਰਨਾਗਾ। ਇਲੈਕਟ੍ਰੋਨ ਮੋਬਿਲਿਟੀ, ਇਲੈਕਟ੍ਰੋਨ ਮੋਬਿਲਿਟੀ ਦਾ ਜਿਹੜਾ ਟੌਪਿਕ ਆ, ਇਲੈਕਟ੍ਰੋਨ ਮੋਬਿਲਿਟੀ ਨੂੰ ਮਿਊ ਨਾਲ ਡਿਨੋਟ ਕਰਦੇ ਆ। ਇਹ ਦੱਸਦਾਗਾ ਵੀ ਕਿੰਨੀ ਕੁ ਜ਼ਿਆਦਾ ਮੂਵਮੈਂਟ ਆ, ਯਾਨੀ ਕਿ ਇਹ ਕਹਿ ਲਓ ਵੀ ਜਿਵੇਂ ਆਪਾਂ ਕਹਿ ਦਈਏ ਵੀ ਕਿਤੇ ਆਪਾਂ ਇਸ ਤਰ੍ਹਾਂ ਦੀ ਜਗ੍ਹਾ ਤੇ ਖੜੇ ਆ ਜਿੱਥੇ ਮੰਨ ਲਓ ਲਾਈਨ ਅਪ ਆ, ਠੀਕ ਹੈ। ਜਿਵੇਂ ਆਪਾਂ ਮੇਰੇ ਯਾਦ ਇੱਕ ਵਾਰੀ ਅੰਮ੍ਰਿਤਸਰ 'ਚ ਮੈਂ ਗਿਆ, ਲੰਗਰ ਸੀਗਾ, ਲੰਗਰ 'ਚ ਚਲੇ ਗਏ ਸੀ, ਲੰਗਰ 'ਚ ਜਾਣਾ ਸੀ, ਤਾਂ ਉਦੋਂ ਰਸ਼ ਸੀਗਾ ਜ਼ਿਆਦਾ। ਅਸੀਂ ਲੰਗਰ ਵਾਲੀ ਲਾਈਨ 'ਚ ਯਾਨੀ ਕਿ ਖੜ ਗਏ ਜਿੱਥੇ ਲੋਕ ਹਜੇ, ਉੱਥੇ ਕੀ ਹੁੰਦਾਗਾ ਦਰਵਾਜ਼ੇ ਬੰਦ ਕਰਕੇ ਨਾ ਪਹਿਲਾਂ ਜਿੱਦੀ ਅੰਦਰ ਸੰਗਤ ਹੁੰਦੀ ਆ ਉਹਨੂੰ ਕਰ ਲੈਂਦੇ ਨੇ ਵੀ ਸਰਵ ਕਰਕੇ, ਜਦੋਂ ਉਹ ਚਲੇ ਜਾਂਦੇ ਨੇ ਉਹ ਤੋਂ ਬਾਅਦ 'ਚ ਉਹ ਕਲੀਨ ਅਪ ਕਰਦੇ ਨੇ, ਫਿਰ ਅਗਲੇ ਲਈ ਖੋਲਦੇ ਨੇ। ਤਾਂ ਅਸੀਂ ਉਵੇਂ ਵੇਟ ਕਰ ਰਹੇ ਸੀਗੇ। ਤਾਂ ਹੁਣ ਜਦੋਂ ਖੜੇ ਆਂਗੇ ਤਾਂ ਪਿੱਛੇ ਲੋਕ ਇਕੱਠੇ ਹੋ ਜਾਂਦੇ ਨੇ, ਰਾਈਟ, ਵੀ ਦਰਵਾਜ਼ੇ ਵੱਲ ਨੂੰ ਆਪਾਂ ਨੂੰ ਇਹ ਨੇਚਰ ਆ ਗਈ ਹੈ ਨਾ, ਨੈਚੁਰਲੀ ਆ ਪਾਰਟ ਇਹ ਹੋਣਾ। ਤਾਂ ਉਦੋਂ ਜਦੋਂ ਹਜੇ ਦਰਵਾਜ਼ੇ ਖੁੱਲਦੇ ਆ, ਜਦੋਂ ਖੁੱਲੇ ਦਰਵਾਜ਼ੇ ਤਾਂ ਡੋਰ ਤੇ ਸਾਰੇ ਜਾਣੇ ਪੁਸ਼ ਕਰਦੇ ਨੇ ਵੀ ਚੱਲ ਅੱਗੇ ਚੱਲ, ਪਿੱਛੋਂ ਦੀ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਧੱਕਾ ਕੌਣ ਮਾਰ ਰਿਹਾ ਹੈਗਾ, ਪਿੱਛੇ ਤੋਂ ਆਏ ਆਉਂਦਾਗਾ। ਤਾਂ ਜਿਹੜਾ ਫਲੋ ਆ ਤੁਸੀਂ ਦੇਖੋ, ਜਿਹੜੀ ਪੋਜ਼ਿਟਿਵਿਟੀ ਆ ਉਹਦੇ ਵਿੱਚ ਪੋਜ਼ਿਟਿਵ ਗੱਲ ਲੈ ਕੇ ਚੱਲਣੀ ਆਪਾਂ ਉਹ ਚੋਂ। ਤਾਂ ਸਾਰੀ ਦੀ ਸਾਰੀ ਸੰਗਤ ਜਿਹੜੀ ਆ ਉਹ ਏਡੇ ਏਡੇ ਦਰਵਾਜ਼ਿਆਂ ਦੇ ਵਿੱਚ ਦੀ ਐਂਟਰ ਕਰ ਜਾਂਦੀ ਆ। ਤਾਂ ਤੁਸੀਂ ਇਹ ਦੇਖੋ, ਜੇ ਵੈਸੇ ਦੇਖਿਆ ਜਾਵੇ, ਜੇ ਉਹਨਾਂ ਦੀ ਆਪਾਂ ਲਾਈਨ ਬਣਾ ਦਈਏ
ਤਾਂ ਉਹ ਲੋਕ ਐਂਟਰ ਕਰਨ ਲਈ ਕਿੰਨਾ ਟਾਈਮ ਲਾਉਣਗੇ ਸੋਚੋ। ਪਰ ਜਦੋਂ ਇਕੱਠੇ ਖੜੇ ਨੇਗੇ ਤੇ ਸਾਰੇ ਦੇ ਸਾਰੇ ਡੋਰ ਜੇ ਖੋਲ ਦਈਏ ਤਾਂ ਡੋਰ ਛੋਟਾ ਹੁੰਦਾਗਾ, ਉਹਦੇ ਵਿੱਚ ਦੀ ਵੀ ਕਿੰਨੇ ਕਿੰਨੇ ਲੋਕ ਇੱਕੋ ਦਮ ਐਂਟਰ ਕਰੀ ਜਾਂਦੇ ਨੇ, ਰਾਈਟ। ਤਾਂ ਮੋਬਿਲਿਟੀ ਜਿਹੜੀ ਆ ਉਹ ਪਿੱਛੋਂ ਦੀ ਫੋਰਸ ਡਿਸਾਈਡ ਕਰਦੀ ਆ। ਇਸੇ ਤਰ੍ਹਾਂ ਇਲੈਕਟ੍ਰੋਨ ਦੇ ਨਾਲ ਹੁੰਦਾ। ਤਾਂ ਜਿਹੜੇ ਇਲੈਕਟ੍ਰੋਨ ਮੋਬਿਲਿਟੀ ਆ, ਐਕਚੁਅਲੀ ਇਹ ਟੌਪਿਕ ਹੈਗਾ ਵੀ ਕਿਵੇਂ ਜਿਹੜੀ ਵੈਲੋਸਿਟੀ ਆ ਉਹ ਇਫੈਕਟ ਹੁੰਦੀ ਆ, ਠੀਕ ਹੈ। ਤਾਂ ਜਿਹੜੀ ਚੀਜ਼ ਤੁਸੀਂ ਸੋਚੀ ਹੋਊਗੀ, ਜਿਵੇਂ ਹੁਣ ਮੈਂ ਤੁਹਾਨੂੰ ਪੁੱਛਾਂ, ਤੁਸੀਂ ਸੋਚਿਆ ਹੋਊਗਾ ਵੀ ਪਿੱਛੋਂ ਜਿਹੜੀ ਫੋਰਸ ਮਿਲੀ ਹੈ ਇਲੈਕਟ੍ਰੋਨ ਨੂੰ, ਵੀ ਉਹ ਲਗਾਈ ਹੋਊਗੀ ਇਨਡਾਇਰੈਕਟਲੀ ਬੈਟਰੀ ਨੇ। ਡੈਫੀਨੇਟਲੀ ਉਹ ਬੈਟਰੀ ਲਗਾਉਂਦੀ ਆ, ਪਰ ਇਲੈਕਟ੍ਰੋਨ ਦੇ ਫਲੋ ਨਾਲ ਕਰੰਟ ਜਿਹੜਾਗਾ ਉਹ ਉਦੋਂ ਹੀ ਕਿਉਂ ਸਟਾਰਟ ਹੋ ਜਾਂਦਾ। ਮੈਂ ਕੱਲ ਵੀ ਜਦੋਂ ਲੈਕਚਰ ਸਟਾਰਟ ਕੀਤਾ ਸੀ ਤਾਂ ਮੈਂ ਤੁਹਾਡੇ ਨਾਲ ਇਹ ਗੱਲ ਕੀਤੀ ਸੀ ਵੀ ਐਕਚੁਅਲ ਰੀਜ਼ਨ ਕੀ ਆ ਕਰੰਟ ਦੇ ਫਲੋ ਹੋਣ ਦਾ, ਹਨਾ। ਕਿ ਇਲੈਕਟ੍ਰੋਨ ਨੂੰ ਤਾਂ ਮਤਲਬ ਪਰਪਸ ਕੀ ਹੁੰਦਾ ਸਾਡਾ, ਵੀ ਆਪਾਂ ਇਲੈਕਟ੍ਰੋਨ ਨੂੰ ਬਿਜ਼ੀ ਰੱਖਣਾਗਾ ਤਾਂ ਕਿ ਮੂਵਮੈਂਟ ਦਿਖੇ, ਠੀਕ ਹੈ ਨਾ। ਮੂਵਮੈਂਟ ਜਿਹੜੀ ਆ ਉਹਦੇ ਵਿੱਚ ਕੋਈ ਜ਼ਰੂਰੀ ਨਹੀਂ ਵੀ ਜਿਹੜੇ ਇਲੈਕਟ੍ਰੋਨ ਨੇ ਉਹ ਦੂਜੇ ਐਂਡ ਤੇ ਪਹੁੰਚਣ, ਇਹ ਕੋਈ ਜ਼ਰੂਰੀ ਨਹੀਂ। ਇਲੈਕਟ੍ਰੋਨ ਚੱਲਦਾ ਰਹਿਣਾ ਚਾਹੀਦਾ, ਇੱਧਰ ਜਾ ਰਿਹਾ, ਉੱਧਰ ਜਾ ਰਿਹਾ, ਇੱਧਰ ਜਾ ਰਿਹਾ, ਇੱਧਰ ਜਾ ਰਿਹਾ, ਵਾਪਸ ਆ ਰਿਹਾ, ਚਾਹੇ ਉਹ ਕਿਤੇ ਮਰਜ਼ੀ ਜਾਵੇ, ਪਰ ਉਹ ਚੱਲਦਾ ਰਹਿਣਾ ਚਾਹੀਦਾ। ਤਾਂ ਉਹਨੂੰ ਚਲਾਉਣ ਦੇ ਲਈ ਦੋ ਫੈਕਟਰ ਰਿਸਪੌਂਸਿਬਲ ਨੇ, ਠੀਕ ਹੈ। ਉਹਨਾਂ ਦੇ ਉੱਪਰ ਇਲੈਕਟ੍ਰੋਨ ਮੋਬਿਲਿਟੀ ਡਿਪੈਂਡ ਕਰਦੀ ਆ। ਇੱਕ ਹੈਗਾਗਾ ਡ੍ਰਿਫਟ ਵੈਲੋਸਿਟੀ ਤੇ ਦੂਜਾ ਹੈਗਾਗਾ ਇਲੈਕਟ੍ਰਿਕ ਫੀਲਡ, ਠੀਕ ਹੈ। ਤਾਂ ਮੋਬਿਲਿਟੀ ਜਿੰਨੀ ਜ਼ਿਆਦਾ ਹੋਊਗੀ ਇਲੈਕਟ੍ਰਿਕ ਫੀਲਡ ਉਨੀ ਘੱਟ ਹੋ। ਹੁਣ ਆਹ ਚੀਜ਼ ਨੂੰ ਸਮਝਿਓ ਜਿਹੜੀ ਮੈਂ ਗੱਲ ਕਹੀ ਆ, ਮੋਬਿਲਿਟੀ ਜਿੰਨੀ ਜ਼ਿਆਦਾ ਹੋਊਗੀ ਇਲੈਕਟ੍ਰਿਕ ਫੀਲਡ ਉਨੀ ਘੱਟ ਹੋ। ਹੁਣ ਕਿਵੇਂ? ਜਿੰਨਾ ਰਸ਼ ਜ਼ਿਆਦਾ ਹੋਊਗਾ ਟ੍ਰੈਫਿਕ ਉਨਾ ਸਲੋ ਹੋ। ਟਰੂ ਆ। ਇੱਕ ਰੋਡ ਦੇ ਉੱਪਰ ਜਿੰਨਾ ਰਸ਼ ਜ਼ਿਆਦਾ ਆ ਟ੍ਰੈਫਿਕ ਉਨਾ ਹੀ ਸਲੋ ਆ। ਤਾਂ ਟ੍ਰੈਫਿਕ ਦਾ ਫਲੋ ਸਲੋ ਹੋ ਗਿਆ ਜਦੋਂ ਰਸ਼ ਵਧਿਆ, ਠੀਕ ਹੈ। ਮੋਬਿਲਿਟੀ ਦੇ ਵਧਣ ਨਾਲ ਇਲੈਕਟ੍ਰਿਕ ਫੀਲਡ ਘਟਦੀ ਆ। ਜਦੋਂ ਇਲੈਕਟ੍ਰੋਨ ਇਕੱਠੇ ਹੋ ਕੇ ਚੱਲਦੇ ਨੇ ਟ੍ਰੈਫਿਕ ਵਧੂਗੀ। ਵੀ ਕਾਲਡ ਇਟ ਕਿ ਇਲੈਕਟ੍ਰੋਨ ਮੋਬਿਲਿਟੀ ਵੱਧ ਗਈ, ਠੀਕ ਹੈ। ਇਲੈਕਟ੍ਰਿਕ ਫੀਲਡ ਘਟੂਗੀ, ਘੱਟ ਕਰੰਟ ਪ੍ਰੋਡਿਊਸ ਹੋਊਗਾ, ਕਿਉਂਕਿ ਇਲੈਕਟ੍ਰਿਕ ਫੀਲਡ ਜਦੋਂ ਮੂਵ ਕਰਦੀ ਆ ਵੀ ਕਾਲਡ ਇਟ ਕਰੰਟ। ਤਾਂ ਇਸ ਕਰਕੇ ਇਲੈਕਟ੍ਰੋਨ ਮੋਬਿਲਿਟੀ ਦਾ ਜਿਹੜਾ ਮੇਜਰ ਫੈਕਟਰ ਆ ਉਹ ਇਲੈਕਟ੍ਰਿਕ ਫੀਲਡ ਦੀ ਸਟੱਡੀ ਕਰਨਾਗਾ ਕਿ ਇਲੈਕਟ੍ਰਿਕ ਫੀਲਡ ਦੇ ਵਧਾਉਣ ਦੇ ਲਈ ਤੁਹਾਨੂੰ ਇਲੈਕਟ੍ਰੋਨ ਮੋਬਿਲਿਟੀ ਘਟਾਉਣੀ ਪੈਣੀ ਆ। ਤਾਂ ਅਸੀਂ ਇਸ ਫੈਕਟਰ ਨੂੰ ਸਿਰਫ ਇਸ ਕਰਕੇ ਅੰਡਰਸਟੈਂਡ ਕੀਤਾ ਤਾਂ ਕਿ ਆਪਾਂ ਇੱਕ ਵਧੀਆ ਕੰਡਕਟਰ ਬਣਾ ਸਕੀਏ ਜਿਹਦੇ ਵਿੱਚ ਅਸੀਂ ਇਲੈਕਟ੍ਰੋਨ ਮੋਬਿਲਿਟੀ ਨੂੰ ਘਟਾਈਏ ਤੇ ਇਲੈਕਟ੍ਰਿਕ ਫੀਲਡ ਨੂੰ ਵਧਾ ਸਕੀਏ, ਤਾਂ ਕਿ ਘੱਟ ਇਲੈਕਟ੍ਰੋਨ ਫਲੋ ਕਰਨ ਤੇ ਜ਼ਿਆਦਾ ਕਰੰਟ ਸਾਨੂੰ ਉੱਥੋਂ ਮਿਲੇ। ਬਿਕੋਜ਼ ਲਾਸ ਕੋਈ ਨਹੀਂ ਚਾਹੁੰਦਾ। ਤੇ ਉਹੀ ਹੋਇਆ ਜਦੋਂ ਤੋਂ ਅਸੀਂ ਇਹ ਸਟੱਡੀ ਕਰਨੀ ਸ਼ੁਰੂ ਕੀਤੀ, ਉਦੋਂ ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਇਲੈਕਟ੍ਰੀਕਲ ਕਨੈਕਸ਼ਨ ਨੇ ਉਹਨਾਂ ਦੇ ਵਿੱਚ ਕਿੰਨੀ ਐਡਵਾਂਸਮੈਂਟ ਹੋ ਗਈ। ਤੁਸੀਂ ਖੁਦ ਸੋਚੋ ਵੀ ਜਿਹੜੇ ਪਹਿਲਾਂ ਦੇ ਕਨੈਕਸ਼ਨ ਹੁੰਦੇ ਸੀ ਤੇ ਜਿਹੜੇ ਹੁਣ ਦੇ ਕਨੈਕਸ਼ਨ ਨੇ, ਅੱਜ ਕੱਲ ਤਾਂ ਐਡ ਵੀ ਦੇਣ ਲੱਗ ਗਏ। ਉਹ ਕਿੰਨੀ ਐਡ ਹੁੰਦੀ ਸੀ, ਮੈਂ ਇੰਡੀਆ ਸੀ ਜਦੋਂ, ਵੀ ਜਿਹੜੀ ਉਹ ਵਾਇਰਿੰਗ ਦਾ ਕਹਿੰਦੇ ਹੁੰਦੇ ਸੀਗੇ, ਪਤਾ ਨਹੀਂ ਕਿਹੜੀ ਕੇਬਲ ਲਗਾਓ ਵੀ ਉਹਦੇ ਨਾਲ ਤੁਹਾਡੀ ਜਿਹੜੀ ਬਿੱਲ ਆ ਇਲੈਕਟ੍ਰਿਸਿਟੀ ਦਾ, ਠੀਕ ਆ, ਉਹ ਰਿਡਿਊਸ ਹੋ ਜਾਊਗਾ। ਤਾਂ ਹੁਣ ਸੋਚੋ ਬਿੱਲ ਰਿਡਿਊਸ ਕਰਨ ਲਈ ਜੇ ਵਾਇਰ ਆਈ ਆ ਤਾਂ ਉਹਦੇ ਚ ਕੰਸੈਪਟ ਤਾਂ ਕੋਈ ਹੋਇਆ ਹੋਊਗਾ। ਤਾਂ ਉਹ ਕੰਸੈਪਟ ਆਹੀ ਆ ਇਲੈਕਟ੍ਰੋਨ ਮੋਬਿਲਿਟੀ ਦਾ, ਠੀਕ ਹੈ। ਤਾਂ ਇਹਦਾ ਫਾਰਮੂਲਾ ਜਿਹੜਾ ਹੈਗਾ ਉਹੀ ਸੇਮ ਸਟੋਰੀ, VD ਦੀ ਵੈਲਿਊ E ਕੈਪੀਟਲ E ਟੌ ਬਾਈ M। ਆ ਜਿਹੜਾ E ਆ ਇੱਥੇ ਆ ਗਿਆ, E ਨਾਲ E ਕੈਂਸਲ ਆਊਟ ਹੋ ਗਿਆ। ਤਾਂ ਇਲੈਕਟ੍ਰੋਨ ਮੋਬਿਲਿਟੀ ਜਿਹੜੀ ਆ ਉਹ ਆ ਫੈਕਟਰਸ ਦੇ ਉੱਪਰ ਡਿਪੈਂਡ ਕਰਦੀ ਆ। ਤੇ ਇੱਥੋਂ ਤੇ ਇੱਥੋਂ ਕੀ ਪਤਾ ਲੱਗਦਾ ਵੀ ਇਲੈਕਟ੍ਰੋਨ ਮੋਬਿਲਿਟੀ ਦੋ ਫੈਕਟਰਸ ਦੇ ਉੱਪਰ ਡਿਪੈਂਡ ਕਰਦੀ ਆ। ਕਿਹੜੇ ਕਿਹੜੇ ਤੇ? ਇੱਕ ਤਾਂ ਚਾਰਜ ਟੂ ਮਾਸ ਰੇਸ਼ੋ, ਜਿਹਨੂੰ ਮੈਂ ਤੁਹਾਨੂੰ ਕੱਲ ਦੱਸਿਆ ਸੀ ਸਪੈਸੀਫਿਕ ਚਾਰਜ ਕਹਿੰਦੇ ਆ। ਤਾਂ ਸਪੈਸੀਫਿਕ ਚਾਰਜ ਤੇ ਡਿਪੈਂਡ ਕਰਦੀ ਆ। ਦੂਜੀ ਗੱਲ ਰਿਲੈਕਸੇਸ਼ਨ ਟਾਈਮ ਤੇ, ਠੀਕ ਹੈ। ਤਾਂ ਇਹ ਦੋ ਫੈਕਟਰ ਨੇ ਜਿਨ੍ਹਾਂ ਦੇ ਉੱਪਰ ਇਲੈਕਟ੍ਰੋਨ ਮੋਬਿਲਿਟੀ ਡਿਪੈਂਡ ਕਰਦੀ ਆ। ਹੁਣ ਤੱਕ ਜਿੰਨਾ ਮੈਂ ਕਰਵਾਇਆ, ਜੇ ਇਹਦੇ ਵਿੱਚੋਂ ਤੁਹਾਨੂੰ ਕੋਈ ਵੀ ਕਨਫਿਊਜ਼ਨ ਹੈਗੀ ਆ ਤਾਂ ਮੈਨੂੰ ਪੁੱਤ ਮੈਸੇਜ ਕਰਕੇ ਦੱਸ ਦਿਓ, ਤਾਂ ਕਿ ਜੇ ਕੋਈ ਡਾਊਟ ਹੈਗਾ ਮੈਂ ਡਿਸਕਸ ਕਰਾਂ, ਨਹੀਂ ਫਿਰ ਮੈਂ ਇੰਟਰਨਲ ਰੈਜ਼ਿਸਟੈਂਸ ਵੱਲ ਵਧਦਾ, ਠੀਕ ਹੈ। ਕਿਉਂਕਿ ਸੀਰੀਜ਼ ਪੈਰਲਲ ਕੰਬੀਨੇਸ਼ਨ ਤਾਂ ਤੁਹਾਡੇ ਹੈ ਨਹੀਂ,
ਸੀਰੀਜ਼ ਪੈਰਲਲ ਕੰਬੀਨੇਸ਼ਨ ਨੂੰ ਛੱਡ ਕੇ ਇੰਟਰਨਲ ਰੈਜ਼ਿਸਟੈਂਸ ਤੁਹਾਨੂੰ ਹੈਗੀ ਆ, ਇੰਟਰਨਲ ਰੈਜ਼ਿਸਟੈਂਸ ਦੇ ਬੇਸ ਤੇ ਆਪਾਂ ਕੁਐਸਚਨ ਕਰਾਂਗੇ ਹੁਣ। ਓਕੇ ਡਨ। ਹੋਰ ਪੁੱਤ ਮੇਰੀਆਂ ਧੀਆਂ ਰਾਣੀਆਂ ਤੁਸੀਂ ਦੱਸ ਦਿਓ ਪੁੱਤ, ਕੋਈ ਡਾਊਟ ਹੋਵੇ ਤੁਹਾਨੂੰ। ਓਕੇ ਗੁੱਡ, ਠੀਕ ਹੈ, ਓਕੇ ਪੱਕਾ ਬਸ ਕਲੀਅਰ ਆ ਮਤਲਬ ਹੁਣ ਤੱਕ ਹਨਾ। ਜੇ ਫਿਰ ਵੀ ਕੋਈ ਡਾਊਟ ਹੋਇਆ ਬੇਫਿਕਰ ਹੋ ਕੇ ਮੈਨੂੰ ਮੈਸੇਜ ਕਰ ਦਿਓ, ਠੀਕ ਹੈ, ਤੇ ਮੈਂ ਜਵਾਬ ਨਹੀਂ ਦਊਂਗਾ ਤੁਹਾਨੂੰ, ਮਤਲਬ ਮੈਂ ਰਿਪਲਾਈ ਵੀ ਨਹੀਂ ਕਰੂੰਗਾ। ਜਿਵੇਂ ਅੱਜ ਮੇਰੇ ਨਾਲ ਹੋਇਆ, ਅੱਜ ਨਾ +1 ਦਾ ਪੇਪਰ ਸੀਗਾ ਗਵਰਨਮੈਂਟ ਸਕੂਲ ਦਾ, ਗਵਰਨਮੈਂਟ ਸਕੂਲ ਦੇ ਬੱਚੇ ਮੇਰੇ ਨਾਲ ਜੁੜੇ ਹੋਏ ਨੇ, ਤੇ ਉਹ ਮੈਂ ਜਦੋਂ ਉੱਠਿਆ ਉਹਨਾਂ ਦਾ ਪੇਪਰ ਹੋਣਾ ਕਿਤੇ ਉਹ ਆਨਲਾਈਨ ਹੀ ਆਇਆ ਹੋਊਗਾ ਪੇਪਰ, ਤੇ ਆਬਜੈਕਟਿਵ ਆ ਵੀ ਉੱਥੇ ਤੁਸੀਂ ਨਾ ਆਨਸਰ ਦੇ ਕੇ ਭੇਜਣੇ ਨੇ। ਬੱਚਿਆਂ ਦੇ ਮੈਨੂੰ ਮੈਸੇਜ ਆਏ ਹੋਏ ਸਕਰੀਨਸ਼ਾਟ ਲੈ ਕੇ, ਸਰ ਇਹਦਾ ਆਨਸਰ ਦੱਸ ਦਿਓ, ਸਰ ਇਹਦਾ ਆਨਸਰ ਦੱਸ ਦਿਓ। ਮੈਂ ਸਵੇਰੇ ਹੁਣ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਤੁਸੀਂ ਮੈਨੂੰ ਕਹਿੰਦੇ ਹੋ ਪਾਪ ਕਰਾਉਣ ਨੂੰ, ਉਹ ਵੀ ਸਵੇਰੇ ਸਵੇਰੇ ਵੀ ਚੀਟਿੰਗ ਕਰ, ਵੀ ਸਾਨੂੰ ਆਨਸਰ ਦੇ ਦਿਓ। ਹਜੇ ਤੱਕ ਉਹਨਾਂ ਨੇ ਅਟੈਂਪਟ ਨਹੀਂ ਸੀ ਕੀਤਾ। ਸਵੇਰ ਦਾ ਪੇਪਰ ਆਇਆ ਹੋਇਆ, ਸ਼ਾਮ ਨੂੰ ਮੇਰੇ ਖਿਆਲ 6 ਵਜੇ ਉਹਨਾਂ ਨੇ ਸਬਮਿਟ ਕਰਨਾ ਸੀ, 6 ਵਜੇ ਤੱਕ ਦਾ ਟਾਈਮ ਸੀ ਸਬਮਿਟ ਕਰਨ ਦਾ। ਆਏ ਆ ਹਾਲ। ਚਲੋ ਹੁਣ ਜੇ ਹੋਇਆ ਡਾਊਟ ਹੋਇਆ ਤੁਹਾਡਾ, ਸੀਰੀਅਸਲੀ ਕਹਿਣਾ ਮੈਂ, ਮੈਨੂੰ ਦੱਸ ਦਿਓ, ਠੀਕ ਹੈ। ਤਾਂ ਇੰਟਰਨਲ ਰੈਜ਼ਿਸਟੈਂਸ ਦਾ ਟੌਪਿਕ ਆਪਾਂ ਡਿਸਕਸ ਕਰਨ ਲੱਗੇ ਹਾਂ ਹੁਣ। ਜਿਹੜੀ ਇੰਟਰਨਲ ਰੈਜ਼ਿਸਟੈਂਸ ਆ ਨਾ, ਇਹ ਇੰਨਾ ਕੁ ਜ਼ਿਆਦਾ ਇੰਟਰਸਟਿੰਗ ਟੌਪਿਕ ਆ, ਤੇ ਇਹਨੂੰ ਉਨਾ ਹੀ ਆਪਾਂ ਲਾਈਟਲੀ ਲੈ ਜਾਂਦੇ ਆ। ਤੁਸੀਂ ਜੇ ਪੜਿਆ ਹੋਊਗਾ ਹੁਣ ਤੱਕ ਤਾਂ ਤੁਸੀਂ ਖੁਦ ਨੋਟ ਕਰਿਓ, ਤੁਸੀਂ ਰੈਜ਼ਿਸਟੈਂਸ ਤੇ ਇੰਟਰਨਲ ਰੈਜ਼ਿਸਟੈਂਸ 'ਚ ਕੋਈ ਸੋਚਿਆ ਹੋਣਾ ਵੀ ਯਾਰ ਠੀਕ ਆ ਬਸ ਆਹ ਚੀਜ਼ ਹੁੰਦੀ ਆ, ਆਹ ਚੀਜ਼ ਹੁੰਦੀ ਆ, ਇੰਨਾ ਕੀ ਪਤਾ ਲੱਗਿਆ ਹੋਣਾ, ਪਰ ਇਹ ਨਹੀਂ ਵੀ ਉਹਦੇ ਪਿੱਛੇ ਸਟੋਰੀ ਕੀ ਆ। ਅਗੇਨ ਮੈਂ ਆਹ ਸਟੋਰੀ ਵਰਡ ਬਹੁਤ ਯੂਜ਼ ਕਰਨ ਲੱਗ ਗਿਆ ਇੱਥੇ ਵੀ, ਹੁਣ ਮੈਨੂੰ ਉਹਦੇ ਵੀ ਮਜ਼ਾਕ ਕਰ ਦਿੰਦੇ ਬੱਚੇ, ਸਟੋਰੀ ਸਰ ਕਿਹੜੀਆਂ ਤੁਸੀਂ ਮੂਵੀਜ਼ ਦੇਖਣ ਲੱਗ ਗਏ ਜੀ, ਸਟੋਰੀ ਕਰਦੇ ਹੋ। ਤਾਂ ਤੁਸੀਂ ਉਹ ਕਰ ਲਿਆ ਕਰੋ ਹਨਾ, ਵੀ ਆ ਜਦੋਂ ਸਟੋਰੀ ਕਹਿੰਦੇ ਆ ਤਾਂ ਬਸ ਉਹ ਅੰਡਰਸਟੂਡ ਕਰ ਲਿਆ ਕਰੋ ਵੀ ਹਾਂ ਮੈਂ ਕਿਸੇ ਕਨਸੈਪਟ ਦੇ ਬਾਰੇ ਕਹਿ ਰਿਹਾ। ਤਾਂ ਇੰਟਰਨਲ ਰੈਜ਼ਿਸਟੈਂਸ ਜਿਹੜੀ ਆ, ਇਹਦੇ ਬਾਰੇ ਮੈਂ ਤੁਹਾਨੂੰ ਇੱਕ ਕਨਸੈਪਟ ਸਮਝਾਉਣਾ ਚਾਹਣਾ ਹੁਣ, ਵੀ ਇੰਟਰਨਲ ਰੈਜ਼ਿਸਟੈਂਸ ਆਉਂਦੀ ਕਿੱਥੋਂ ਆ। ਆਪਾਂ ਇੱਕ ਕੱਲ ਡਿਸਕਸ ਕੀਤਾ ਸੀਗਾ ਬੱਚੇ ਦੇ ਬਾਰੇ, ਵੀ ਜਿਹੜਾ ਬੱਚਾ ਬੜਾ ਕਿਉਰਿਓਸਿਟੀ ਰੱਖਦਾ ਗਾ, ਵੀ ਉਹ ਟੌਏ ਲੈ ਕੇ ਆਇਆ, ਉਹਦੇ 'ਚ ਉਹਨੇ ਸੈੱਲ ਪਾਏ, ਤੇ ਨਾਲ ਦੀ ਨਾਲ ਆਪਣੇ ਫਰੈਂਡਸ ਨੂੰ ਬੁਲਾ ਲਿਆ ਵੀ ਮੈਂ ਤੁਹਾਨੂੰ ਕਹਾ ਦੇਖੋ ਮੈਂ ਜਿਹੜਾ ਲੈ ਕੇ ਆਇਆਗਾ ਇਹ ਟੋਏ, ਇਹ ਚੱਲਦਾ ਕਿਵੇਂ ਆ, ਕਾਰ ਆ, ਇਹਦੇ ਹੌਰਨ ਨੇ, ਇਹਦੀਆਂ ਲਾਈਟਾਂ ਨੇ, ਠੀਕ ਹੈ, ਅੱਗੇ ਜਾ ਕੇ ਵੱਜਦੀ ਆ ਕੰਧ 'ਚ, ਵਾਪਸ ਮੁੜ ਆਉਂਦੀ ਆ, ਠੀਕ ਹੈ। ਤਾਂ ਹੁਣ ਉਹ ਬੱਚਾ ਲਗਾਤਾਰ ਉਹਨੂੰ ਯੂਜ਼ ਕਰ ਰਿਹਾ। ਵੀ ਨੋ ਕਿ ਜੇ ਉਹ ਲਗਾਤਾਰ 5 ਮਿੰਟ 10 ਮਿੰਟ 15 ਮਿੰਟ ਉਹਨੂੰ ਜਿਵੇਂ ਵਧਾਈ ਜਾਊਗਾ ਟਾਈਮ, ਤਾਂ ਉਹਦੀ ਐਫੀਸ਼ੀਐਂਸੀ ਘਟਦੀ ਜਾਊਗੀ। ਹੁਣ ਇਹ ਚੀਜ਼ ਤੁਸੀਂ ਹਮੇਸ਼ਾ ਹਰ ਇੱਕ ਨੇ ਕੀਤੀ ਹੋਣੀ ਆ ਨੋਟ, ਕਿ ਵੀ ਜੇ ਆਪਾਂ ਮੰਨ ਲਓ ਉਹੀ 2 ਬੱਚੇ ਯੂਜ਼ ਕਰੀਏ, ਇੰਸਟੈਡ ਆਫ ਇੱਕ ਬੱਚਾ, ਮੈਂ 2 ਅਲੱਗ-ਅਲੱਗ ਬੱਚੇ ਲੈ ਕੇ ਚੱਲਦਾ, ਦੋਨਾਂ ਨੇ ਇੱਕੋ ਹੀ ਸ਼ਾਪ ਤੋਂ ਸੇਮ ਟਾਈਪ ਦਾ ਟੋਏ ਲਿਆ। ਇੱਕ ਬੱਚਾ ਗਾ ਜਿਹੜਾ ਉਹੀ ਵੀ ਜਿਹੜਾ ਕਹਿੰਦਾ ਵੀ ਜਾਨਸਾਰ ਮੈਂ ਤਾਂ ਬਸ ਕੰਧਾਂ 'ਚ ਮਾਰ ਦੇਖਣਾ ਵੀ ਇਹ ਕਿੱਧਰ ਜਾਂਦੀ ਹੈ ਹਨਾ, ਵੀ ਇਹਦੇ ਸਾਰੇ ਫੰਕਸ਼ਨ ਜਾਨਸਾਰ ਹੀ ਚੈੱਕ ਕਰ ਦਿੰਦੇ ਆ। ਦੂਜਾ ਉਹ ਥੋੜਾ ਜਿਹਾ ਪੇਸ਼ੈਂਸ ਰੱਖਦਾ, ਠੀਕ ਹੈ, ਉਹਨੂੰ ਪਤਾ ਗਾ ਵੀ ਮੈਂ ਜੇ ਲੈ ਗਿਆ ਘਰੇ ਮੈਂ ਇਹਨੂੰ ਸੰਭਾਲ ਕੇ ਵੀ ਰੱਖਣਾ। ਤਾਂ ਇਸ ਤਰ੍ਹਾਂ ਦੇ ਬੱਚੇ ਹੁੰਦੇ ਨੇ। ਹੋਪਫੁਲੀ ਤੁਸੀਂ ਪਹਿਲਾਂ ਦੀ ਤਰ੍ਹਾਂ ਦੇ ਵਾਲੇ ਹੋਵੋ, ਕਿਉਂਕਿ ਪਹਿਲਾਂ ਵਾਲੇ ਜਿਆਦਾ ਥੋੜੇ ਚੋਬਰ ਹੁੰਦੇ ਨੇ, ਉਹ ਵਧੀਆ ਲੱਗਦੇ ਨੇ। ਇਹ ਜਿਹੜੇ ਜਿਆਦਾ ਸਿਆਣੇ ਜਿਹੇ ਨੇ, ਇਹ ਨਾ ਮੈਂ ਇੱਥੇ ਜਦੋਂ ਬਰਨਾਲੇ ਪੜਾਉਂਦਾ ਹੁੰਦਾ ਸੀ, ਇਹ ਸ਼ਹਿਰ ਵਾਲੇ ਬੱਚੇ ਹੁੰਦੇ ਸੀਗੇ, ਜੇ ਮੈਂ ਕੋਈ ਮਜ਼ਾਕ ਕਰ ਲੈਣਾ ਨਾ, ਇਹਨਾਂ ਨੇ ਮੂੰਹ ਬਣਾ ਕੇ ਬੈਠਾ ਰਹਿਣਾ, ਦੂਜਿਆਂ ਨੇ ਦੇਖਣਾ ਵੀ ਯਾਰ ਤੂੰ ਵੀ ਹੱਸ ਪਾ, ਵੀ ਚੱਲ 2 ਮਿੰਟ ਜੇ ਹੱਸ ਵੀ ਪਾਏਗਾ ਫਿਰ ਕੀ ਹੋ ਜਾਊਗਾ ਹਨਾ, ਵੀ ਟਿਊਸ਼ਨ ਤਾਂ ਚੱਲੀ ਜਾਣੀ ਹੈ, ਤਾਂ ਪੜ੍ਹਾਈ ਤਾਂ ਚੱਲੀ ਜਾਣੀ ਹੈ, ਵੀ 2 ਮਿੰਟ ਹੱਸ ਵੀ ਲਏਗਾ। ਤਾਂ ਆਈ ਜਿਹੜੇ ਦੋਨੇ ਬੱਚੇ ਨੇ, ਤਾਂ ਜਿਹੜਾ ਪਹਿਲਾ ਬੱਚਾ, ਠੀਕ ਹੈ, ਹੁਣ ਸੁਣੀ ਜਾਓ ਗੱਲ, ਪਹਿਲਾ ਬੱਚਾ ਜਿਹੜਾ ਉਹਨੇ 10 ਮਿੰਟ ਲਗਾਤਾਰ ਚਲਾਇਆ ਉਹ, ਠੀਕ ਹੈ, ਟੋਏ। ਦੂਜਾ ਬੱਚਾ ਜਿਹੜਾ ਗਾ ਉਹਨੇ 2 ਮਿੰਟ ਲਈ ਚਲਾਇਆ, ਤੇ ਬਾਅਦ ਦੇ ਵਿੱਚੋਂ ਉਹਦੇ ਸੈੱਲ ਕੱਢ ਕੇ ਉਵੇਂ ਡੱਬੇ 'ਚ ਪਾ ਕੇ ਰੱਖਤਾ, ਠੀਕ ਹੈ। ਦੂਜੇ ਨੇ 10 ਮਿੰਟ ਚਲਾ ਕੇ ਸਿਰਫ ਸਵਿਚ ਆਫ ਕੀਤੀ ਤੇ ਉਵੇਂ ਰੱਖਤਾ, ਠੀਕ ਹੈ। ਉਹਨੂੰ ਫੇਰ ਅੱਚ ਵੀ ਲੱਗੀ ਵੀ ਮੈਂ ਘੰਟੇ ਬਾਅਦ ਫੇਰ ਵੀ ਹੁਣ ਬਸ ਕਰ ਲਿਆ, ਹੁਣ ਇੱਧਰ ਉੱਧਰ ਕੰਮ ਜਿਹੜਾ ਕਰਨ ਵਾਲਾ ਸੀ ਮੈਂ ਫੇਰ ਚਲਾਉਣਾ ਹਨਾ। ਤਾਂ ਉਹਨੇ ਫੇਰ ਚੱਕਿਆ, ਸਵਿਚ ਔਨ ਕੀਤੀ, ਚਲਾਇਆ, ਟਾਈਮ ਨੋਟ ਕਰੀ ਜਾਇਓ, ਪਹਿਲਾਂ 10 ਮਿੰਟ ਚਲਾਇਆ ਉਹਨੇ, ਠੀਕ ਹੈ, ਫੇਰ 10 ਮਿੰਟ ਚਲਾਇਆ ਮੰਨ ਲਓ, ਫੇਰ 10 ਮਿੰਟ ਚਲਾਇਆ, ਤਾਂ ਲਗਾਤਾਰ ਮੰਨ ਲਓ ਇੱਕ ਦਿਨ 'ਚ ਉਹਨੇ 30 ਮਿੰਟ ਚਲਾ ਲਿਆ, ਠੀਕ ਹੈ। ਹੁਣ ਉਹ 30 ਮਿੰਟ ਦੇ ਵਿੱਚ ਜਦੋਂ 30th ਮਿੰਟ ਤੇ ਪਹੁੰਚਿਆ ਉਹ, ਤਾਂ ਉਹਦੀ ਜਿਹੜੀ ਕਾਰ ਆ, ਵਹੀਕਲ ਆ, ਜੋ ਟੋਏ ਆ, ਉਹਦੀ ਐਫੀਸ਼ੀਐਂਸੀ ਜਮੀ ਖਤਮ ਹੋ ਜਾਣੀ ਆ। ਮਤਲਬ
ਲਾਈਟਾਂ ਵੀ ਡਿਮ ਹੋ ਜਾਣੀਆਂ ਨੇ, ਹੌਰਨ ਜਿਹੜੇ ਮਾਰਦੀ ਸੀ ਉਹ ਵੀ ਖਤਮ ਹੋ ਜਾਣੇ ਨੇ। ਜੇ ਪਹਿਲਾਂ ਆਟੋਮੈਟਿਕ ਡੋਰ ਓਪਨ ਕਰਦੀ ਹੈ ਤਾਂ ਨਹੀਂ ਡੋਰ ਓਪਨ ਹੋਣੇ, ਠੀਕ ਹੈ। ਜੇ ਕਿਸੇ ਚੀਜ਼ ਕੰਧ 'ਚ ਵੱਜ ਕੇ ਅੱਗੇ ਵਾਪਸ ਆ ਜਾਂਦੀ ਸੀ ਤਾਂ ਉੱਥੇ ਰੁਕਣ ਲੱਗ ਜੂ, ਰਾਈਟ। ਜਿਹੜਾ ਦੂਜਾ ਗਾ ਉਹਨੇ 2 ਮਿੰਟ ਚਲਾਏ, 2-2 ਕਰਕੇ ਮੰਨ ਲਓ ਉਹਨੇ ਵੀ 30 ਮਿੰਟ ਤੱਕ ਉਹ ਪਹੁੰਚ ਗਿਆ। 2 ਮਿੰਟ ਚਲਾਉਂਦਾ ਸੈੱਲ ਕੱਢ ਦਿੰਦਾ, 2 ਮਿੰਟ ਚਲਾਉਂਦਾ ਸੈੱਲ ਕੱਢ ਦਿੰਦਾ, 2 ਮਿੰਟ ਚਲਾਉਂਦਾ, 15 ਵਾਰੀ ਉਹਨੇ ਯੂਜ਼ ਕੀਤਾ। ਹੁਣ 30 ਮਿੰਟ ਚਲਾਉਣ ਦੇ ਲਈ ਜਦੋਂ 30 ਮਿੰਟਾਂ ਬਾਅਦ ਵੀ ਦੇਖੂਗਾ ਤਾਂ ਉਹਦੇ ਕੋਲ ਹਜੇ ਬੈਟਰੀ ਜਿਹੜੀ ਆ ਉਹ ਅਵੇਲੇਬਲ ਹੋਊਗੀ, ਮਤਲਬ ਉਹਦੇ ਕਾਰ ਦੀ ਐਫੀਸ਼ੀਐਂਸੀ ਹਜੇ ਵੀ ਬੈਟਰ ਹੋਊਗੀ ਪਹਿਲੇ ਦੇ ਨਾਲੋਂ। ਤਾਂ ਇਹਦੇ ਪਿੱਛੇ ਇੰਟਰਨਲ ਰੈਜ਼ਿਸਟੈਂਸ ਦਾ ਰੋਲ ਆ, ਠੀਕ ਹੈ। ਉਹ ਕਿਵੇਂ ਆ ਆਪਾਂ ਥੋੜੀ ਜਿਹੀ ਗੱਲ ਕਰਦੇ ਆ। ਤਾਂ ਆਪਾਂ ਸਪੋਜ਼ ਕਰੋ ਕਿ ਇਸ ਤਰ੍ਹਾਂ ਦੀ ਬੈਟਰੀ ਬਣਾਈ, ਮੈਂ ਆਪਣੇ ਕੋਲ ਬਣਾਈ ਆ ਬੈਟਰੀ ਇਹ, ਜਿਹਦੇ ਵਿੱਚ 100 ਸੋਡੀਅਮ ਕਲੋਰਾਈਡ ਦੇ ਕੰਪਾਊਂਡ ਹੈਗਾ, ਠੀਕ ਹੈ। 100 ਜਾਨੀ ਕਿ ਕਹਿ ਲਓ ਵੀ 100 ਤਾਂ ਇਹਦੇ ਚ ਹੈਗੇ ਨੇ ਸੋਡੀਅਮ ਆਇਨ ਤੇ 100 ਹੀ ਹੈਗੇ ਨੇ ਕਲੋਰੀਨ ਦੇ ਆਇਨ, ਠੀਕ ਹੈ। ਤਾਂ ਜਿਹੜਾ ਇਹ ਬੈਟਰੀ ਬਣਾਈ ਆਪਾਂ ਤਾਂ ਉਹਦੇ ਵਿੱਚ 100 ਸੋਡੀਅਮ ਤੇ 100 ਕਲੋਰੀਨ ਨੇ। ਹੁਣ ਇਹ ਬੈਟਰੀ ਨੂੰ ਮੈਂ ਕਨੈਕਟ ਕਰ ਲਿਆ ਬਾਹਰ ਇੱਕ ਰੈਜ਼ਿਸਟੈਂਸ ਦੇ ਨਾਲ, ਠੀਕ ਹੈ। ਆ ਐਕਸਟਰਨਲ ਰੈਜ਼ਿਸਟੈਂਸ ਆ ਜਿਹਨੂੰ ਇਹਨੇ ਕਰੰਟ ਸਪਲਾਈ ਕਰਨਾ। ਜਦੋਂ ਹੁਣ ਇਹਨੂੰ ਐਕਸਟਰਨਲ ਰੈਜ਼ਿਸਟੈਂਸ ਦੇ ਨਾਲ ਕਨੈਕਟ ਕਰ ਲਿਆ ਤਾਂ ਆਇਨਸ ਜਿਹੜੇ ਨੇ ਬੈਟਰੀ ਦੇ ਅੰਦਰ ਹੁਣ ਕੀ ਹੋਊਗਾ, ਆਇਨਸ ਮੂਵ ਕਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਜਦੋਂ ਆਇਨ ਫਲੋ ਕਰਦੇ ਨੇ ਤਾਂ ਜਾ ਕੇ ਕਰੰਟ ਪ੍ਰੋਡਿਊਸ ਹੁੰਦਾ। ਇਹ ਆਇਨ ਵਾਲੀ ਬੈਟਰੀ ਆ, ਠੀਕ ਹੈ। ਇਸ ਤਰ੍ਹਾਂ ਦੇ ਸੈੱਲ ਤੁਹਾਡੀ ਸਕੂਲ ਲੈਬ ਦੇ ਵਿੱਚ ਹੋਣੇ ਆ, ਉਹਨੂੰ ਡੇਰੀਅਲ ਸੈੱਲ, ਲੈਕਲੈਂਚੀ ਸੈੱਲ ਬੋਲ ਦਿੰਦੇ ਆ, ਵੋਲਟੈਕ ਸੈੱਲ ਵੀ ਕਹਿ ਸਕਦੇ ਆ, ਪਏ ਹੋਣੇ ਆ ਕਿਉਂਕਿ ਉਹ ਸਭ ਤੋਂ ਪਹਿਲੇ ਸੈੱਲ ਨੇ ਉਹ। ਤਾਂ ਜਦੋਂ ਚੱਲਿਆ ਇਹ ਤਾਂ ਸੋਡੀਅਮ ਆਇਨ ਇੱਧਰ ਨੂੰ ਜਾ ਰਹੇ ਨੇ, ਕਲੋਰੀਨ ਆਇਨ ਇੱਧਰ ਆ ਰਹੇ ਨੇ, ਕਿਉਂਕਿ ਪੋਜ਼ਿਟਿਵ ਨੈਗੇਟਿਵ ਵੱਲ ਜਾਊਗਾ, ਨੈਗੇਟਿਵ ਪੋਜ਼ਿਟਿਵ ਵੱਲ ਜਾਊਗਾ, ਠੀਕ ਹੈ। ਤਾਂ ਜਦੋਂ ਚੱਲਣਗੇ ਤਾਂ ਸੋਡੀਅਮ ਤੇ ਕਲੋਰੀਨ ਦੇ ਜਿਹੜੇ ਪਹਿਲੇ ਆਇਨ ਆਪਸ ਚ ਕੋਲਾਈਡ ਕਰਨਗੇ ਤਾਂ ਉਹ ਮਿਲ ਕੇ ਸੋਡੀਅਮ ਕਲੋਰਾਈਡ ਬਣ ਜਾਊਗਾ, ਬਿਕੋਜ਼ ਸੋਡੀਅਮ ਨੂੰ ਕਲੋਰੀਨ ਚਾਹੀਦਾਗਾ, ਪੋਜ਼ਿਟਿਵ ਨੈਗੇਟਿਵ, ਰਾਈਟ, ਕਿਉਂਕਿ ਉਹ ਬੈਲੈਂਸ ਕਰ ਲੈਣਗੇ, ਕੈਮਿਸਟਰੀ ਆ। ਤਾਂ ਇਹਦਾ ਮਤਲਬ ਜੇ ਇੱਧਰ 100 ਸੀ ਸਟਾਰਟਿੰਗ ਦੇ ਵਿੱਚ, ਇਹ ਵੀ 100 ਸੀ, ਤਾਂ ਲੈਟਸ ਸੇ ਬਿਗਨਿੰਗ ਦੇ ਵਿੱਚ ਜਦੋਂ ਕਰੰਟ ਫਲੋ ਕਰਨਾ ਸ਼ੁਰੂ ਹੋਇਆ ਤਾਂ ਬਿਗਨਿੰਗ ਦੇ ਵਿੱਚ 10 ਸੋਡੀਅਮ ਆਇਨ ਤੇ 10 ਕਲੋਰੀਨ ਆਇਨ ਆਪਸ ਚ ਕੋਲਾਈਡ ਕਰ ਗਏ, ਠੀਕ ਹੈ। ਤਾਂ ਜਿਹੜੇ ਕੋਲਾਈਡ ਕਰ ਗਏ ਇਹਦਾ ਮਤਲਬ ਉਹਦਾ ਬਣ ਗਿਆ ਕੰਪਾਊਂਡ, ਉਹ ਤਾਂ ਨਿਊਟਰਲ ਹੋ ਗਿਆ। ਜਿਹੜਾ ਨਿਊਟਰਲ ਹੋ ਗਿਆ ਉਹ ਹੁਣ ਕਿਸੇ ਪਾਸੇ ਨਹੀਂ ਜਾ ਸਕਦਾ। ਤਾਂ ਬੈਟਰੀ ਜਿਹੜੀ ਸੀ ਉਹ ਬਣਾਈ ਸੀ ਅਸੀਂ 100 ਆਇਨ ਦੇ ਲਈ ਵੀ 100 ਇਕੱਠੇ ਕੰਮ ਕਰਨਗੇ, ਪਰ ਉਹਨਾਂ ਦੇ ਵਿੱਚੋਂ ਕੰਮ ਕਿੰਨਿਆਂ ਨੇ ਕੀਤਾ, 100 ਦੇ ਵਿੱਚੋਂ 10 ਤਾਂ ਸੈਟਲ ਡਾਊਨ ਹੋ ਗਏ ਤਾਂ 90 ਨੇ ਕੰਮ ਕੀਤਾ, ਠੀਕ ਹੈ। ਤਾਂ ਇਹਦਾ ਮਤਲਬ 90 ਆਇਨਸ ਨੇ ਮਿਲ ਕੇ ਕਰੰਟ ਪ੍ਰੋਡਿਊਸ ਕੀਤਾ। ਹੁਣ ਆਪਾਂ ਫੇਰ ਕਰੰਟ ਫਲੋ ਕਰਾਇਆ ਤਾਂ ਦੁਬਾਰਾ ਜਦੋਂ ਫੇਰ ਕਨੈਕਟ ਕੀਤਾ ਤਾਂ ਜਿਹੜੇ 10 ਸੀ ਉਹ ਤਾਂ ਉਵੇਂ ਪੈਨੇ, ਹੁਣ 90 ਦੇ ਵਿੱਚੋਂ 5-5 10-10 ਕਰਕੇ ਫੇਰ ਸੈਟਲ ਡਾਊਨ ਹੁੰਦੇ ਜਾਣਗੇ। ਤਾਂ ਜਿਹੜੇ ਕੰਮ ਕਰਨ ਵਾਲੇ ਨੇ ਉਹ 80 70, ਠੀਕ ਹੈ, 60 50 10 ਐਂ ਕਰਦੇ ਕਰਦੇ ਸਾਰੇ ਦੇ ਸਾਰੇ ਨਿਊਟਰਲ ਹੋ ਜਾਣਗੇ। ਹੁਣ ਕੰਮ ਕਰਨ ਲਈ ਸੀਗੇ 100 ਤੇ ਜਦੋਂ ਆਪਾਂ ਉਹਨੂੰ ਲਗਾਤਾਰ ਯੂਜ਼ ਕਰ ਰਹੇ ਆ ਤਾਂ ਨੰਬਰ ਆਫ ਅਵੇਲੇਬਿਲਿਟੀ ਜਿਹੜੀ ਉਹਨਾਂ ਦੀ ਆਇਨਸ ਦੀ ਆ ਉਹ ਘਟਦੀ ਜਾ ਰਹੀ ਆ। ਤਾਂ ਆਪ ਸੋਚੋ ਜੇ ਮੰਨ ਲਓ ਆਪਾਂ ਘਰੇ ਲੇਬਰ ਲਿਆਂਦੀ, ਉਹਨਾਂ ਦੇ ਵਿੱਚ 100 ਜਾਣੇ ਨੇ, 100 ਜਾਣਿਆਂ ਚੋਂ ਕੰਮ ਸਿਰਫ 90 ਕਰ ਰਹੇ ਨੇ ਤਾਂ ਲਾਸ ਤਾਂ ਆਪਣਾ ਹੋ ਰਿਹਾ ਹੈਗਾ। ਜਿਹੜੇ ਕੰਮ ਲਈ ਆਪਾਂ ਨੂੰ ਬੁਲਾਏ ਸੀ ਉਹ ਕੰਮ ਓਨੇ ਟਾਈਮ ਦੇ ਵਿੱਚ ਨਹੀਂ ਪੂਰਾ ਹੋਣਾ, ਨਾ ਹੀ ਉਹ ਐਫੀਸ਼ੀਐਂਸੀ ਦੇ ਨਾਲ ਉਹਨਾਂ ਹੋਵੇ। ਹੁਣ 90 ਦੇ ਵਿੱਚੋਂ 50 ਰਹਿ ਗਏ, ਠੀਕ ਹੈ, 50 ਵਿਹਲੇ ਬੈਠੇ ਨੇ, 50 ਚੋਂ 40 ਰਹਿ ਗਏ, 30 ਰਹਿ ਗਏ, ਤਾਂ ਕੰਮ ਜਿਹੜਾ ਗਾ ਉਹ ਜਾਨੀ ਕਿ ਕਹਿ ਲਓ ਲੋਡ ਵੱਧਦਾ ਜਾਊਗਾ, ਡਿਮਾਂਡ ਵੱਧਦੀ ਜਾ ਰਹੀ ਹੈ। ਕਿਉਂ? ਕਿਉਂਕਿ ਜਿਵੇਂ ਹੁਣ ਦੇਖਿਆ ਜਾਵੇ ਪਹਿਲਾਂ ਉਹ 90 ਨੇ ਕੰਮ ਕਰਤਾ, ਕਰੰਟ ਦੇਤਾ, ਤਾਂ ਹੁਣ ਕਰੰਟ ਤਾਂ ਉਹਨੂੰ ਹੁਣ ਵੀ ਉਨਾ ਹੀ ਚਾਹੀਦਾ ਗਾ ਰੈਜ਼ਿਸਟੈਂਸ ਨੂੰ ਚਲਾਉਣ ਲਈ, ਪਰ ਸਪਲਾਈ ਦੇਣ ਵਾਲੇ ਘਟ ਗਏ। ਤਾਂ ਹੁਣ ਜਿਹੜਾ ਕੰਮ ਅੱਗੇ 90 ਕਰ ਰਹੇ ਸੀ ਉਹ 30 ਨੂੰ ਕਰਨਾ ਪਊਗਾ, ਠੀਕ ਹੈ ਨਾ, 30 ਦੀ ਥਾਂ ਤੇ ਹੁਣ ਉਹ 20 ਨੂੰ ਕਰਨਾ ਪਊਗਾ। ਤਾਂ ਡਿਮਾਂਡ ਜਿਹੜੀ ਆ ਉਹ ਵੱਧਦੀ ਜਾ ਰਹੀ ਆ ਪਰ ਉਹਨਾਂ ਤੋਂ ਉਹਨਾਂ ਕੰਮ ਨਹੀਂ ਹੋ ਰਿਹਾ। ਤਾਂ ਇਸ ਕਰਕੇ ਜਿਹੜੀ ਇਹ ਬੈਟਰੀ ਦੇ ਅੰਦਰ ਡਿਸਟਰਬੈਂਸ ਹੋਈ ਆ, ਠੀਕ ਹੈ ਨਾ, ਉਹਦੇ ਕਰਕੇ ਕਰੰਟ ਦਾ ਲਾਸ ਹੋ ਰਿਹਾਗਾ।
ਤਾਂ ਉਹ ਕਰੰਟ ਦਾ ਲਾਸ ਬਾਹਰਲੀ ਰੈਜ਼ਿਸਟੈਂਸ ਨੇ ਨਹੀਂ ਕੀਤਾ, ਠੀਕ ਹੈ, ਇਹਨੇ ਨਹੀਂ ਕੀਤਾ, ਤਾਂ ਉਹ ਕਿਹਨੇ ਕੀਤਾ, ਉਹ ਅੰਦਰ ਹੋਇਆ ਉਹਦੇ। ਤਾਂ ਇਸ ਕਰਕੇ ਵੀ ਕਾਲਡ ਇਟ ਇੰਟਰਨਲ ਰੈਜ਼ਿਸਟੈਂਸ, ਠੀਕ ਹੈ। ਤਾਂ ਇੰਟਰਨਲ ਰੈਜ਼ਿਸਟੈਂਸ ਜਿਹੜੀ ਆ ਇਹਦਾ ਮਤਲਬ ਕੀ ਹੁੰਦੀ ਆ, the resistance offered by the electrolytes, ਠੀਕ ਹੈ। ਜਿਹੜੇ ਅੰਦਰ ਸੈੱਲ ਦੇ ਇਲੈਕਟ੍ਰੋਲਾਈਟਸ ਨੇ ਉਹ ਜਿਹੜੀ ਰੈਜ਼ਿਸਟੈਂਸ ਆਫਰ ਕਰਨਗੇ ਉਹਨੂੰ ਅਸੀਂ ਇੰਟਰਨਲ ਰੈਜ਼ਿਸਟੈਂਸ ਬੋਲਦੇ ਆ। ਹੁਣ ਇੰਟਰਨਲ ਰੈਜ਼ਿਸਟੈਂਸ ਕਿਹੜੇ ਕਿਹੜੇ ਫੈਕਟਰਸ ਦੇ ਉੱਪਰ ਡਿਪੈਂਡ ਕਰਦੀ ਆ। ਇੰਟਰਨਲ ਰੈਜ਼ਿਸਟੈਂਸ ਡਿਪੈਂਡ ਕਰਦੀ ਆ ਸੈਪਰੇਸ਼ਨ ਬਿਟਵੀਨ, ਜਿਹੜੇ ਇਹਨੂੰ ਕੀ ਕਹ ਲਓ ਤੁਸੀਂ, ਮੇਰੇ ਮਾਈਂਡ 'ਚ ਐਂਡਰੋਇਡ ਹੀ ਆਈ ਜਾਂਦਾ ਗਾ, ਐਨੋਡ ਐਂਡ ਕੈਥੋਡ ਕਹਿ ਲਓ, ਠੀਕ ਹੈ। ਤਾਂ ਜਿਹੜੇ ਉਹਨਾਂ ਦੋਨਾਂ ਦੇ ਐਨੋਡ ਤੇ ਕੈਥੋਡ ਦੇ ਬਿਟਵੀਨ ਜਿਹੜਾ ਗੈਪ ਆ ਉਹ ਜਿੰਨਾ ਲੰਬਾ ਹੋਊਗਾ ਓਨਾ ਹੀ ਵੱਧ ਟਰੈਵਲ ਕਰਨਾ ਪਊ ਤੇ ਓਨੇ ਹੀ ਜ਼ਿਆਦਾ ਆਇਨਸ ਇੱਕ ਦੂਜੇ ਨਾਲ ਕੋਲਾਈਡ ਕਰਨਗੇ। ਜਿੰਨਾ ਰਸਤਾ ਛੋਟਾ ਹੋਊਗਾ, ਠੀਕ ਹੈ, ਓਨੇ ਘੱਟ ਕੋਲਾਈਡ ਕਰਨਗੇ ਤੇ ਓਨੇ ਹੀ ਘੱਟ ਨਿਊਟਰਲ ਹੋਣਗੇ, ਇਸ ਕਰਕੇ ਜ਼ਿਆਦਾ ਬਚ ਜਾਣਗੇ। ਪਰ ਜਿੰਨਾ ਲੰਬਾ ਰਸਤਾ ਹੋਊਗਾ ਓਨਾ ਹੀ ਜ਼ਿਆਦਾ ਕੋਲਿਜ਼ਨ ਹੋਣਗੇ ਤੇ ਓਨਾ ਹੀ ਜ਼ਿਆਦਾ ਲਾਸ ਹੋਊਗਾ। ਇਸ ਕਰਕੇ ਇੰਟਰਨਲ ਰੈਜ਼ਿਸਟੈਂਸ ਜਿਹੜੀ ਆ ਇੱਕ ਤਾਂ ਸੈਪਰੇਸ਼ਨ ਤੇ ਡਿਪੈਂਡ ਕਰਦੀ ਆ, ਠੀਕ ਹੈ। ਸੈਕੰਡ ਹੈਗਾ ਗਾ ਨੇਚਰ ਆਫ ਇਲੈਕਟ੍ਰੋਡਸ ਤੇ। ਹੁਣ ਤੁਸੀਂ ਆਪ ਦੇਖੋ, ਜੇ ਆਪਾਂ ਮਾਰਕੀਟ 'ਚ ਜਾਂਦੇ ਆ, ਮੰਨ ਲਓ ਤੁਸੀਂ ਕਿਸੇ ਸ਼ਾਪ ਤੇ ਗਏ, ਉੱਥੋਂ ਸੈੱਲ ਲਿਆਂਦਾ ਜਾਂ ਈਵਨ ਫੋਨ ਦੀ ਬੈਟਰੀ ਪਵਾਉਣੀ ਆ। ਹੁਣ ਜੇ ਤੁਸੀਂ ਫੋਨ ਦੀ ਬੈਟਰੀ ਪਵਾਉਣੀ ਆ ਤਾਂ ਤੁਹਾਨੂੰ ਉਹ ਸ਼ਾਪਕੀਪਰ ਕਹਿੰਦਾ ਵੀ ਤੇਰੇ ਕੋਲ ਦੋ ਆਪਸ਼ਨਾਂ ਨੇ, ਤੂੰ ਇਹ 100 ਰੁਪਏ ਵਾਲੀ ਲੈ ਜਾ, ਠੀਕ ਹੈ, ਤੇ ਇੱਕ ਓਰੀਜਨਲ ਆਉਂਦੀ ਆ ਉਹ 600 ਰੁਪਏ ਦੀ ਆ। ਤੁਸੀਂ ਹੁਣ 100 ਤੇ 600 ਵਾਲੀ ਦੇ ਬਾਰੇ ਜੇ ਸੋਚੋਗੇ ਤਾਂ ਬਣਾਈ ਤਾਂ ਉਹ ਵੀ 100 ਵਾਲੀ ਵੀ ਉਹਨਾਂ ਨੇ ਫੋਨ ਦੇ ਵਿੱਚ ਪਾਉਣੀ ਆ, ਪਰ ਤੁਹਾਨੂੰ ਵੀ ਪਤਾ ਵੀ ਜਿਹੜੀ ਓਰੀਜਨਲ ਆ ਉਹ ਜ਼ਿਆਦਾ ਬੈਟਰ ਪਰਫਾਰਮੈਂਸ ਦਊਗੀ। ਕਿਉਂ? ਕਿਉਂਕਿ ਜਿਹੜੀ ਇੰਟਰਨਲ ਰੈਜ਼ਿਸਟੈਂਸ ਆ ਉਹ ਮਟੀਰੀਅਲ ਤੇ ਵੀ ਡਿਪੈਂਡ ਕਰਦੀ ਆ, ਠੀਕ ਹੈ ਨਾ। ਤਾਂ ਜਿਹੜੇ ਮਟੀਰੀਅਲ ਨੇ, ਇੱਕ ਮਿੰਟ ਮੈਂ ਬੰਦ ਕਰਦਾ ਹਾਂ, ਤਾਂ ਜਿਹੜੇ ਮਟੀਰੀਅਲ ਨੇ, ਠੀਕ ਹੈ, ਉਹ ਮਟੀਰੀਅਲ ਉਨੇ ਹੀ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰੂਗਾ। ਇਸ ਕਰਕੇ ਮਟੀਰੀਅਲ ਦੇ ਉੱਪਰ ਡਿਪੈਂਡ ਕਰਦੀ ਆ। ਤਾਂ ਨੇਚਰ ਆਫ ਇਲੈਕਟ੍ਰੋਡਸ ਦੇ ਉੱਪਰ ਆਹ ਦੋ ਫੈਕਟਰ ਨੇ ਜਿਨ੍ਹਾਂ ਦੇ ਉੱਪਰ ਇਹ ਡਿਪੈਂਡ ਕਰਦੀ ਆ, ਠੀਕ ਹੈ। ਤਾਂ ਇੰਟਰਨਲ ਰੈਜ਼ਿਸਟੈਂਸ ਦੇ ਬਾਰੇ ਜਿਹੜਾ ਹੁਣ ਅਗਲਾ ਪਾਰਟ ਆ, ਅਗਲਾ ਜੋ ਆਪਣਾ ਕਨਸੈਪਟ ਹੈਗਾ ਉਹ ਕੀ ਆ ਵੀ ਇੰਟਰਨਲ ਰੈਜ਼ਿਸਟੈਂਸ ਦੇ ਜਿਹੜੇ ਫੈਕਟਰਸ ਨੇ ਨਾਲ, ਠੀਕ ਹੈ, ਆਪਾਂ ਹੁਣ ਉਹ ਰਿਲੇਟ ਕਰਨੇ ਨੇ। ਕਿਉਂਕਿ ਇਹਨੂੰ ਰਿਲੇਟ ਕਰਨ ਲਈ ਮੈਂ ਹੁਣ ਤੁਹਾਨੂੰ ਕਰਾ ਰਿਹਾ ਗਾ EMF ਤੇ ਟਰਮੀਨਲ ਵੋਲਟੇਜ। ਉਹ ਦੱਸ ਕੇ ਅੱਜ ਦਾ ਟੌਪਿਕ ਆਪਾਂ ਡਨ ਕਰਾਂਗੇ। ਤੁਸੀਂ ਇਹਨੂੰ ਇੱਕ ਵਾਰੀ ਕਲਿੱਕ ਕਰ ਲਓ। ਓਕੇ, EMF ਤੇ ਟਰਮੀਨਲ ਵੋਲਟੇਜ। ਠੀਕ ਹੈ, ਇੱਥੋਂ ਹੁਣ ਸ਼ੁਰੂ ਹੋਊਗਾ ਤੁਹਾਡਾ ਅਗਲਾ ਸਫ਼ਰ ਜਿਹੜਾ ਜਿਹਦੇ ਬਾਰੇ ਕੁਐਸਚਨ ਆਉਂਦਾ ਹੁੰਦਾ ਪੇਪਰ 'ਚ। ਕਿਉਂਕਿ EMF ਨੂੰ ਜੇ ਅੰਡਰਸਟੈਂਡ ਕਰਨਾ, ਟਰਮੀਨਲ ਵੋਲਟੇਜ ਨੂੰ ਅੰਡਰਸਟੈਂਡ ਕਰਨਾਗਾ, ਮਤਲਬ ਜੇ ਨਾ ਕੀਤਾ ਤਾਂ ਤੁਸੀਂ ਪੋਟੈਂਸ਼ੀਓਮੀਟਰ ਕਰ ਹੀ ਨਹੀਂ ਸਕਦੇ, ਠੀਕ ਹੈ। EMF ਕੀ ਆ? ਵੈਨ, ਮੈਂ ਬਹੁਤ ਸਿੰਪਲ ਲੈਂਗੁਏਜ 'ਚ ਲਿਖ ਰਿਹਾ, ਸੈਲ ਇਜ਼ ਨਾਟ ਇਨ ਯੂਜ਼, ਠੀਕ ਹੈ। ਇਹ ਫਿਜ਼ਿਕਸ ਨਹੀਂ ਹੈਗੀ, ਪਰ ਮੈਂ ਤੁਹਾਨੂੰ ਸਿਰਫ ਸਮਝਾਉਣ ਦੀ ਖਾਤਰ ਇਹਨੂੰ ਯੂਜ਼ ਕਰ ਰਿਹਾ। ਜਦੋਂ ਤੁਸੀਂ ਇੱਕ ਮਾਰਕੀਟ ਤੋਂ ਬੈਟਰੀ ਲਿਆਂਦੀ, ਸੈੱਲ ਲਿਆਂਦਾ ਤੇ ਉਹ ਡੱਬੇ 'ਚ ਹੀ ਪਿਆਗਾ ਬੰਦ, ਉਹਨੂੰ ਤੁਸੀਂ ਯੂਜ਼ ਨਹੀਂ ਕਰ ਰਹੇ, ਤਾਂ ਉਸ ਟਾਈਮ ਜਿਹੜੇ ਉਹਦੇ ਪੋਜ਼ਿਟਿਵ ਤੇ ਨੈਗੇਟਿਵ ਟਰਮੀਨਲ ਦੇ ਵਿੱਚ ਪੋਟੈਂਸ਼ੀਅਲ ਦਾ ਡਿਫਰੈਂਸ ਹੋਊਗਾ, ਉਹਨੂੰ ਅਸੀਂ ਕਹਿੰਦੇ ਆ EMF, ਠੀਕ ਹੈ। ਤਾਂ ਉਹਦੇ ਜਿਹੜੇ ਇਲੈਕਟ੍ਰੋਡਸ ਨੇ, ਪੋਜ਼ਿਟਿਵ ਤੇ ਨੈਗੇਟਿਵ, ਕੈਥੋਡ ਤੇ ਐਨੋਡ ਨੇ, ਜਿਹੜੇ ਉਹਨਾਂ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੋਊਗਾ ਉਹਨੂੰ ਅਸੀਂ ਕਹਿੰਦੇ ਆ EMF ਆਫ ਅ ਸੈਲ, ਠੀਕ ਹੈ। ਟਰਮੀਨਲ ਵੋਲਟੇਜ, when cell draws current, ਤਾਂ ਜਦੋਂ ਹੁਣ ਉਹ ਸੈੱਲ ਕਰੰਟ ਦੇਣਾ ਸ਼ੁਰੂ ਕਰ ਦਿੰਦਾ
ਤਾਂ ਸੋਚੋ ਜਦੋਂ ਸੈੱਲ ਕਰੰਟ ਦੇਣਾ ਸ਼ੁਰੂ ਕਰੂਗਾ ਤਾਂ ਲਾਸ ਹੋਊਗਾ ਕਿਹਦੇ ਚ, ਇਨ EMF, ਕਿਉਂਕਿ ओरिजिनल जिन्ना रहना नहीं। जे तुसी मान लो 10 मिनट भी ਉਹਨੂੰ यूज कर लिया सैल ਨੂੰ ਤਾਂ ਇੱਕ ओरिजिनल सैल ਪਿਆਗਾ ਜਿਹੜਾ ਬਿਲਕੁਲ ਬ੍ਰਾਂਡ ਨਿਊ ਆ ਉਹਨੂੰ यूज नहीं ਕੀਤਾ, ਇੱਕ 10 ਮਿੰਟ ਚੱਲਿਆ ਹੋਇਆ ਤਾਂ ਦੋਨਾਂ ਦੇ ਵਿੱਚ ਫਰਕ ਤਾਂ ਹੈਗਾ। ਤਾਂ EMF ਦੇ ਵਿੱਚ ਲਾਸ ਹੋ ਗਿਆ, ਠੀਕ ਹੈ, ਲਾਸ ਇਨ EMF। ਇਹ ਲਾਸ ਕਿਹਦੇ ਕਰਕੇ ਹੋਇਆ ਤੇ ਨਾਲ ਇਹਦੇ ਕੀ ਆ, that brings internal resistance, ਤੇ ਇਹਦੇ ਨਾਲ ਉਸ ਸੈੱਲ ਦੇ ਅੰਦਰ ਇੰਟਰਨਲ ਰੈਜ਼ਿਸਟੈਂਸ ਵੀ ਕ੍ਰੀਏਟ ਹੋ ਜੂ। ਕਿਉਂ? ਕਿਉਂਕਿ ਜਿਹੜੇ ਆਇਨਸ ਬਣ ਗਏ ਨਿਊਟਰਲ ਹੋ ਗਏ ਕੰਬਾਈਨ ਹੋ ਕੇ ਉਹ ਦੁਬਾਰਾ ਇਕੱਠੇ ਨਹੀਂ ਹੋਣਗੇ, ਠੀਕ ਹੈ, ਜਾਨੀ ਕਿ ਦੁਬਾਰਾ ਅਲੱਗ-ਅਲੱਗ ਸੋਡੀਅਮ ਤੇ ਕਲੋਰੀਨ ਅਲੱਗ-ਅਲੱਗ ਨਹੀਂ ਜਾਣਗੇ ਜੋ ਸਾਡੀ ਐਗਜ਼ਾਮਪਲ ਸੀ, ਠੀਕ ਹੈ। ਤਾਂ ਇਸ ਕਰਕੇ ਉਹ ਇੰਟਰਨਲ ਰੈਜ਼ਿਸਟੈਂਸ ਲੈ ਕੇ ਆਉਂਦਾ। ਤਾਂ ਜਦੋਂ ਇੰਟਰਨਲ ਰੈਜ਼ਿਸਟੈਂਸ ਲੈ ਕੇ ਆਉਂਦਾ ਤਾਂ ਉਹਨੂੰ ਅਸੀਂ V ਨਾਲ ਡਿਨੋਟ ਕਰਦੇ ਹਾਂ। ਤੇ ਇਹ V ਜਿਹੜਾ ਗਾ ਕਰੰਟ ਜਿਹੜੀ ਉਹਦੇ ਚੋਂ ਸਪਲਾਈ ਜਾ ਰਹੀ ਆ ਇਨਟੂ ਐਕਸਟਰਨਲ ਰੈਜ਼ਿਸਟੈਂਸ ਜਿਹਨੂੰ ਜਾ ਰਹੀ ਹੈ ਸਪਲਾਈ। ਤਾਂ ਟਰਮੀਨਲ ਵੋਲਟੇਜ ਕਰੰਟ ਇਨਟੂ ਐਕਸਟਰਨਲ ਰੈਜ਼ਿਸਟੈਂਸ ਦੇ ਥਰੂ ਚੱਲਦਾ ਹੈਗਾ, ਠੀਕ ਹੈ। ਹੁਣ ਕਰੰਟ ਕਿੱਥੋਂ ਕੈਲਕੂਲੇਟ ਕਰਾਂਗੇ? ਕਰੰਟ ਕੈਲਕੂਲੇਟ ਕਰਨ ਲਈ ਆਪਾਂ ਚੱਲਦੇ ਹਾਂ ਵਾਪਸ EMF ਤੇ। ਤਾਂ ਸਪੋਜ਼ ਕਰੋ ਮੇਰੇ ਕੋਲ ਆਹ ਇੱਕ ਬੈਟਰੀ ਆ ਜਿਹਦਾ EMF E ਆ, ਇਹਦੀ ਇੰਟਰਨਲ ਰੈਜ਼ਿਸਟੈਂਸ R ਆ। ਹੁਣ ਤੁਸੀਂ ਇੱਥੇ ਇਹਨੂੰ ਕਨੈਕਟ ਕਰਤਾ ਐਕਸਟਰਨਲ ਰੈਜ਼ਿਸਟੈਂਸ ਦੇ ਨਾਲ ਜਿਹਦੀ ਕੈਪੀਟਲ R ਐਕਸਟਰਨਲ ਰੈਜ਼ਿਸਟੈਂਸ ਆ। ਪਹਿਲੀ ਗੱਲ ਇੰਟਰਨਲ ਰੈਜ਼ਿਸਟੈਂਸ ਕਿਉਂ ਆ? ਕਿਉਂਕਿ ਜੇ ਕੋਈ ਵੀ ਆਪਾਂ ਇਨਸਟਰੂਮੈਂਟ ਜਾਂ ਕੋਈ ਵੀ ਡਿਵਾਈਸ ਬਣਾਉਣੇ ਆ ਤਾਂ ਉਹਦੇ ਵਿੱਚ ਰੈਜ਼ਿਸਟੈਂਸ ਪਹਿਲਾਂ ਤੋਂ ਅਵੇਲੇਬਲ ਹੁੰਦੀ ਆ, ਇਹਨੂੰ ਕੋਈ ਤੋੜ ਨਹੀਂ ਸਕਦਾ। ਕਿਉਂਕਿ ਜੇ ਤੁਸੀਂ ਦੇਖੋ ਦੋ ਜਾਣੇ ਮੰਨ ਲਓ ਦੋ ਐਨੇਮੀ ਨੇ, ਠੀਕ ਹੈ, ਚਾਹੇ ਤੁਸੀਂ ਉਹਨਾਂ ਨੂੰ ਇੱਕ ਮੀਟਿੰਗ 'ਚ ਬੁਲਾ ਲਓ, ਆਪਸ ਦੇ ਵਿੱਚ ਉਹ ਇੱਕ ਦੂਜੇ ਨੂੰ ਕੋਲਾਈਡ ਨਹੀਂ ਕਰਨਗੇ, ਮੰਨ ਲਓ ਲੜਦੇ ਨਹੀਂ, ਪਰ ਆਪੋਜ਼ਿਟ ਵੀ ਜੇ ਕਿਤੇ ਪਾਸੇ ਬੈਠੇ ਨੇ ਤਾਂ ਵੀ ਉਹਨਾਂ ਦਾ ਮਾਹੌਲ ਤਾਂ ਇੰਟੈਂਸ ਰਹਿਣਾ, ਰਾਈਟ। ਆਪਸ ਦੇ ਵਿੱਚ ਜੇ ਦੋ ਐਨੇਮੀ ਨੇ, ਚਾਹੇ ਇੱਕ ਜਣਾ ਇੱਕ ਰੂਮ 'ਚ ਬੈਠਾ ਦੂਜਾ ਦੂਜੇ ਰੂਮ 'ਚ ਬੈਠਾ, ਮਾਹੌਲ ਤਾਂ ਇੰਟੈਂਸ ਦਾ। ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਨੈਗੇਟਿਵਿਟੀ ਤਾਂ ਬਣੀ ਪਈ ਆ, ਚਾਹੇ ਉਹ ਆਪਸ 'ਚ ਲੜਨ ਹੀ ਨਾ, ਪੂਰਾ ਦਿਨ ਹੀ ਨਾ ਲੜਨ, ਠੀਕ ਹੈ, ਪਰ ਚਾਂਸ ਤਾਂ ਹੈਗੇ ਨੇ ਨਾ। ਉਸੇ ਤਰ੍ਹਾਂ ਜਦੋਂ ਇੱਕ ਸੈੱਲ ਨੂੰ ਤੁਸੀਂ ਬਣਾਤਾ ਉਹਦੇ ਅੰਦਰ ਤੁਸੀਂ ਪੋਜ਼ਿਟਿਵ ਤੇ ਨੈਗੇਟਿਵ ਆਇਨ ਰੱਖਤੇ ਤਾਂ ਕੋਲਿਜ਼ਨ ਦੇ ਚਾਂਸ ਤਾਂ ਉਦੋਂ ਹੀ ਬਣ ਗਏ ਸੀ। ਇਸ ਕਰਕੇ ਇੰਟਰਨਲ ਰੈਜ਼ਿਸਟੈਂਸ ਪਹਿਲਾਂ ਤੋਂ ਅਵੇਲੇਬਲ ਹੁੰਦੀ ਆ। ਕਿੰਨੀ ਹੁੰਦੀ ਆ? ਜਿਹੜੀ ਕੰਪਨੀ ਨੇ ਜਿਸ ਟਾਈਪ ਦਾ ਇਲੈਕਟ੍ਰੋਲਾਈਟ ਪਾਇਆਗਾ ਇਹ ਉਹਦੇ ਤੇ ਡਿਪੈਂਡ ਕਰਦੀ ਆ। ਤਾਂ ਇਸ ਕਰਕੇ ਕੰਪਨੀ ਨੂੰ ਪਤਾ ਹੁੰਦਾ ਵੀ ਪਹਿਲਾਂ ਵਾਲੀ ਇੰਟਰਨਲ ਰੈਜ਼ਿਸਟੈਂਸ ਕਿੰਨੀ ਆ ਜਿਹੜੀ ਸਟਾਰਟਿੰਗ ਤੋਂ ਆ, ਠੀਕ ਹੈ। ਤਾਂ ਉਹ ਇੰਟਰਨਲ ਰੈਜ਼ਿਸਟੈਂਸ R ਆ। ਹੁਣ ਇੱਥੇ ਮੈਂ ਲਗਾਤੀ ਇੱਕ ਸਵਿਚ ਜਿਹਨੂੰ ਮੈਂ ਹਜੇ ਰੱਖਿਆਗਾ ਆਫ, ਠੀਕ ਹੈ। ਤਾਂ ਜਦੋਂ ਇਹ ਆਫ ਆ ਤਾਂ ਇਹ ਬੈਟਰੀ ਕੋਈ ਕਰੰਟ ਡਰਾ ਨਹੀਂ ਕਰ ਰਹੀ, ਸੋ ਵੀ ਕਾਲਡ ਕਿ ਇਹ ਬੈਟਰੀ ਦੇ ਕੋਲ ਜਿਹੜੇ ਆ ਪੋਜ਼ਿਟਿਵ ਤੇ ਨੈਗੇਟਿਵ ਟਰਮੀਨਲ ਨੇ, ਇਹਨਾਂ ਦੇ ਵਿੱਚ ਜਿਹੜਾ ਪੋਟੈਂਸ਼ੀਅਲ ਦਾ ਡਿਫਰੈਂਸ ਆ ਇਹ EMF ਆ। ਕਿਉਂ? ਕਿਉਂਕਿ ਅਸੀਂ ਕਿਹਾ ਸੈਲ ਇਜ਼ ਨਾਟ ਇਨ ਯੂਜ਼, ਤਾਂ ਉਸ ਟਾਈਮ ਇਹਦੇ ਕੋਲ ਸਿਰਫ ਤੇ ਸਿਰਫ EMF ਹੋਊਗਾ। ਓਕੇ, ਹੁਣ ਮੈਂ ਸਵਿਚ ਕਰਤੀ ਔਨ, ਠੀਕ ਹੈ। ਤਾਂ ਜਿਹੜੀ ਸਵਿਚ ਔਨ ਕੀਤੀ ਆ, ਔਨ ਕਰਨ ਤੋਂ ਬਾਅਦ ਕੀ ਹੋਊਗਾ? ਤਾਂ ਜਿਹੜੀ EMF ਸੀ ਉਹਦਾ ਹੋਣ ਲੱਗ ਗਿਆ ਲਾਸ, ਠੀਕ ਹੈ। ਤਾਂ ਹੁਣ ਕਿਉਂਕਿ ਜਦੋਂ ਔਨ ਕਰਤਾ ਤਾਂ ਆ ਜਾਊਗਾ ਟਰਮੀਨਲ ਵੋਲਟੇਜ। ਜਦੋਂ ਟਰਮੀਨਲ ਵੋਲਟੇਜ ਆਇਆ ਤਾਂ ਲਾਸ ਹੋਣਾ ਸ਼ੁਰੂ ਹੋ ਜੂ EMF ਦੇ ਵਿੱਚ। ਓਕੇ, ਲਾਸ ਕਿਹਦੇ ਥਰੂ ਹੋਊਗਾ? ਹੁਣ ਆਪਾਂ ਇਹ ਗੱਲ ਕਰਨੀ ਆ, ਕਿਉਂਕਿ ਪੋਟੈਂਸ਼ੀਅਲ ਦਾ ਲਾਸ ਤਾਂ ਪੋਟੈਂਸ਼ੀਅਲ ਦੇ ਥਰੂ ਹੀ ਹੋਣਾ ਚਾਹੀਦਾ। ਲਾਸ ਇਨ EMF ਜਿਹੜਾ ਹੋਊਗਾ ਉਹ ਕਦੇ ਇਕੱਲਾ ਕਰੰਟ ਨਹੀਂ ਹੋਊਗਾ, ਕਿਉਂਕਿ ਪੋਟੈਂਸ਼ੀਅਲ ਦਾ ਲਾਸ ਆ ਤਾਂ ਪੋਟੈਂਸ਼ੀਅਲ ਹੀ ਹੋਊਗਾ, ਠੀਕ ਹੈ। ਜਿਹੜਾ ਜੁਐਲਰੀ ਵਾਲਾ ਜੁਐਲਰ ਆ ਕੋਈ, ਤਾਂ ਜੇ ਉਹਦਾ ਲਾਸ ਆ ਤਾਂ ਉਹ ਜੁਐਲਰੀ 'ਚ ਹੀ ਹੋਊਗਾ, ਠੀਕ ਹੈ ਨਾ। ਉਹ ਆਏ ਨਹੀਂ ਕਹੂਗਾ ਵੀ ਮੈਂ ਤਾਂ ਜੀ ਮੇਰਾ ਤਾਂ ਸੈਟਲਾਈਟ ਦੇ ਵਿੱਚ ਲਾਸ ਹੋ ਗਿਆ, ਠੀਕ ਹੈ, ਮੇਰਾ ਤਾਂ ਜੀ ਮੋਬਾਈਲ ਕੰਪਨੀ ਦਾ ਲਾਸ ਹੋ ਗਿਆ। ਜੇ ਉਹਦਾ ਬਿਜ਼ਨਸ ਜੁਐਲਰੀ ਦਾ ਹੈਗਾ ਤਾਂ ਉਹਨੂੰ ਜੁਐਲਰੀ ਦਾ ਹੀ ਲਾਸ ਮੰਨਿਆ ਜਾਊਗਾ। ਉਸੇ ਤਰ੍ਹਾਂ ਜਿਹੜਾ ਪੋਟੈਂਸ਼ੀਅਲ ਦਾ ਲਾਸ ਆ ਤਾਂ ਉਹ ਪੋਟੈਂਸ਼ੀਅਲ ਦੀ ਫਾਰਮ 'ਚ ਹੋਊਗਾ। ਤਾਂ EMF ਦੇ ਵਿੱਚੋਂ ਜਿਹੜਾ ਕੋਈ ਲਾਸ ਹੋ ਰਿਹਾ ਹੈਗਾ ਉਹ ਕਿਹੜਾ ਹੈਗਾ? potential current in the circuit into internal resistance,
ਜਿਹੜਾ I into small r ਲਿਖਿਆ ਇਹ ਕੀ ਆ I into small r ਹੈਗਾ ਗਾ loss due to internal resistance ਤੇ potential ਦੇ ਵਿੱਚ ਜਿਹੜਾ loss ਹੋਇਆਗਾ internal resistance ਕਰਕੇ ਤਾਂ ਉਹਨੂੰ ਅਸੀਂ I into small r ਲਿਖਾਂਗੇ ਤਾਂ E minus IR ਯਾਨੀ ਕਿ ਹੁਣ ਐਗਜ਼ਾਮਪਲ ਸਮਝਿਓ ਮੰਨ ਲਓ ਇਹ ਸੈੱਲ ਸੀਗਾ 5 ਵੋਲਟ ਦਾ ਠੀਕ ਹੈ ਇਹ 5 ਵੋਲਟ ਦਾ ਸੈੱਲ ਤੁਸੀਂ ਮਾਰਕੀਟ ਚੋਂ ਲਿਆਂਦਾ ਬ੍ਰਾਂਡ ਨਿਊ ਤੁਸੀਂ ਉਹਨੂੰ ਕਨੈਕਟ ਕਰ ਲਿਆ ਇੱਕ ਬਲਬ ਦੇ ਨਾਲ ਆ ਬਲਬ ਆ ਠੀਕ ਹੈ ਜਦੋਂ ਕਨੈਕਟ ਕੀਤਾ ਉਹ ਤੋਂ ਬਾਅਦ ਦੇ ਵਿੱਚੋਂ 5 ਦਾ 5 ਵੋਲਟ ਨਹੀਂ ਜਾਊਗਾ ਡਿਲੀਵਰ ਹੋਣ ਕਿਉਂ ਕਿਉਂਕਿ ਅੰਦਰੋਂ ਪਹਿਲਾਂ ਲਾਸ ਹੋਊਗਾ ਫਿਰ ਬਾਹਰ ਜਾਊਗਾ ਠੀਕ ਹੈ ਤਾਂ ਟਰਮੀਨਲ ਵੋਲਟੇਜ ਉਹ ਫੇਰ ਬਣੂਗਾ ਪਹਿਲਾਂ ਲਾਸ ਹੋਊਗਾ ਤਾਂ ਲਾਸ ਹੋ ਗਿਆ ਮੰਨ ਲਓ ਇਹਦੇ ਵਿੱਚੋਂ ਇੰਟਰਨਲ ਰੈਜ਼ਿਸਟੈਂਸ ਨੇ 0.5 ਵੋਲਟ ਦਾ ਲਾਸ ਕਰਤਾ ਤਾਂ ਸਰਕਟ ਦੇ ਬਾਹਰ ਕਿੰਨਾ ਪਹੁੰਚੂਗਾ 4.5 ਵੋਲਟ ਠੀਕ ਹੈ ਤਾਂ 5 ਵੋਲਟ ਦਾ ਸੈੱਲ ਸੀ ਵੀ ਕਾਲਡ ਇਟ EMF ਠੀਕ ਹੈ ਜਦੋਂ ਮੈਂ ਉਹਨੂੰ ਕਨੈਕਟ ਕੀਤਾ ਬਾਹਰਲੇ ਸੋਰਸ ਨਾਲ ਤਾਂ ਅੰਦਰ ਜਿਹੜਾ ਲਾਸ ਹੋਇਆ 0.5 ਵੋਲਟ ਹੁਣ ਦੇਖੋ 0.5 ਵੋਲਟ ਜਿਹੜਾ ਉਹ ਆ IR ਆ ਤਾਂ IR ਦੀ ਵੈਲਿਊ ਨੂੰ ਮੈਂ ਉੱਥੇ 0.5 ਵੋਲਟ ਲਿਖਿਆਗਾ ਠੀਕ ਹੈ ਤਾਂ 5 ਦੇ ਵਿੱਚੋਂ 0.5 ਗਿਆ ਤਾਂ ਕਿੰਨਾ ਬਚ ਗਿਆ 4.5 ਠੀਕ ਹੈ ਇਹ ਜਿਹੜਾ 4.5 ਬਚਿਆਗਾ ਇਹ ਕੌਣ ਆ ਇਹ ਹੈਗਾ ਜੀ ਟਰਮੀਨਲ ਵੋਲਟੇਜ ਇਹ ਆਓ ਟਰਮੀਨਲ ਵੋਲਟੇਜ ਤਾਂ ਟਰਮੀਨਲ ਵੋਲਟੇਜ 4.5 ਆ ਯਾਨੀ ਕਿ ਜਿਹੜਾ ਸਰਕਟ ਨੂੰ ਮਿਲਿਆ ਪੋਟੈਂਸ਼ੀਅਲ ਉਹ 5 ਨਹੀਂ ਮਿਲਿਆ ਉਹ ਕਿੰਨਾ ਮਿਲਿਆਗਾ 4.5 ਠੀਕ ਹੈ ਤਾਂ ਆ ਜਿਹੜੀ ਸਟੋਰੀ ਆ ਪੂਰੀ ਦੀ ਪੂਰੀ ਕਨਸੈਪਟ ਆ ਇਹ ਕਨਸੈਪਟ ਜਿਹੜਾ ਇਹਨੂੰ ਆਪਾਂ ਅੱਗੇ ਕੰਟੀਨਿਊ ਕਰਨਾ ਕੱਲ ਨੂੰ ਮੈਂ ਦੁਬਾਰਾ ਇੱਕ ਵਾਰੀ ਫੇਰ ਡਿਸਕਸ ਕਰ ਲਾਂ ਛੋਟੀ ਜੀ ਗੱਲ ਫੇਰ ਤੁਹਾਨੂੰ ਮੈਂ ਸਕਰੀਨਸ਼ਾਟ ਲੈਣ ਅਲਾਉ ਕਰੂੰਗਾ ਵੈਸੇ ਤਾਂ ਮੈਂ ਰਿਪੀਟ ਕਰੂੰਗਾ ਆ ਲੈਕਚਰ ਤੁਹਾਨੂੰ ਤੁਹਾਡੇ ਕੋਲ ਆ ਜਾਊਗਾ ਮਤਲਬ ਸਵੇਰ ਤੋਂ ਪਹਿਲਾਂ ਆ ਜਾਊਗਾ EMF ਜਦੋਂ ਸੈੱਲ ਯੂਜ਼ ਨਹੀਂ ਕਰ ਰਹੇ ਯਾਨੀ ਕਿ ਸਰਕਟ ਓਪਨ ਆ ਕਿਉਂਕਿ ਓਪਨ ਸਰਕਟ ਦਾ ਮਤਲਬ ਹੁੰਦਾ ਸਵਿਚ ਆਫ ਟਰਮੀਨਲ ਵੋਲਟੇਜ ਜਦੋਂ ਸੈੱਲ ਕਰੰਟ ਡਰਾ ਕਰ ਰਿਹਾਗਾ ਯਾਨੀ ਕਿ ਜਦੋਂ ਸਰਕਟ 'ਚ ਕਰੰਟ ਫਲੋ ਕਰ ਰਿਹਾ ਸਰਕਟ ਦੇ ਵਿੱਚ ਕਰੰਟ ਜੇ ਜਾਊਗਾ ਤਾਂ ਉਹ ਐਕਸਟਰਨਲ ਰੈਜ਼ਿਸਟੈਂਸ ਕੋਲ ਜਾਊਗਾ ਸਰਕਟ ਦੇ ਵਿੱਚ ਐਕਸਟਰਨਲ ਰੈਜ਼ਿਸਟੈਂਸ ਕੋਲ ਕਰੰਟ ਜਦੋਂ ਪਹੁੰਚੂਗਾ ਤਾਂ ਉਹ ਪਹਿਲਾਂ ਆਪਣਾ ਲਾਸ ਅੰਦਰ ਕਰਕੇ ਹੀ ਆਊਗਾ ਤਾਂ ਜੇ ਉਸ ਨੂੰ ਸਮਝਣਾ ਹੋਵੇ ਤਾਂ ਆਹ ਫਾਰਮੂਲਾ ਗਾ ਜਿਹੜਾ ਅਸੀਂ ਯੂਜ਼ ਕਰਾਂਗੇ ਤਾਂ ਟਰਮੀਨਲ ਵੋਲਟੇਜ ਜਿਹੜੀ ਸਰਕਟ ਨੂੰ ਮਿਲੀ ਆ ਇਕੁਅਲ ਹੋਊਗੀ EMF ਆਫ ਦਾ ਸੈੱਲ ਜਿੰਨਾ ਓਰੀਜਨਲ ਸੀਗਾ ਮਾਈਨਸ ਜਿਹੜਾ ਲਾਸ ਹੋਇਆਗਾ ਉਹਦੇ ਪੋਟੈਂਸ਼ੀਅਲ ਦਾ ਠੀਕ ਹੈ ਤਾਂ ਇਹ ਆ ਆਪਣਾ ਜਿਹੜਾ ਕਨਸੈਪਟ ਸੀ ਹੁਣ ਸਕਰੀਨਸ਼ਾਟ ਲੈ ਲਓ ਇਹਨੂੰ ਵੀਡੀਓ ਨੂੰ ਇੱਕ ਵਾਰ ਐਂਡ ਤੋਂ ਜੇ ਕਿਤੋਂ ਵੀ ਤੁਹਾਨੂੰ ਨਹੀਂ ਪਤਾ ਲੱਗਿਆ ਕਿਤੇ ਵੀ ਤੁਹਾਡਾ ਡਿਸਕਨੈਕਸ਼ਨ ਹੋਇਆ ਤਾਂ ਜਰੂਰ ਦੇਖ ਲਿਓ ਠੀਕ ਹੈ ਤੇ ਪੁੱਤ ਬਣ ਕੇ ਮੈਂ ਫੇਰ ਕਹਿਣਾ ਮੈਨੂੰ ਮੈਸੇਜ ਕਰਨਾ ਪੈਂਦਾ ਕਈ ਵਾਰੀ ਮੈਨੂੰ ਪਤਾ ਤੁਸੀਂ ਸਾਰੇ ਜਾਣੇ ਸਿਆਣੇ ਹੋ ਪਰ ਮੈਂ ਫੇਰ ਕਹਿਣਾ ਵੀ ਜਿਹੜੇ ਬੱਚੇ ਨੇ ਨਹੀਂ ਦੇਖਿਆ ਹਜੇ ਤੱਕ ਲੈਕਚਰ ਉਹਦੇ ਤੱਕ ਪਹੁੰਚਦੇ ਕਰੋ ਠੀਕ ਹੈ ਪਲੀਜ਼ ਇਹ ਰਿਕੁਐਸਟ ਆ ਕਰ ਲਓ ਇਹਨੂੰ ਕਲਿੱਕ ਕਰ ਲਓ ਠੀਕ ਹੈ ਪੁੱਤ ਤਾਂ ਮਿਲਦੇ ਆ ਹੁਣ ਆਪਾਂ ਮੈਂ ਸਕਰੀਨਿੰਗ ਪਹਿਲਾਂ ਇੱਕ ਮਿੰਟ ਬੰਦ ਕਰਦਾ